ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਬਾਬਾ ਸਾਹਿਬ ਸਿੰਘ ਜੀ ਬੇਦੀ ਇਹਨਾਂ ਦੇ ਅਗਲੇ ਪ੍ਰਸੰਗ ਦੀ ਕਥਾ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਊਨੇ ਦੇ ਇਲਾਕੇ ਦੀ ਸੰਗਤ ਸੀਗੀ, ਉਹਨਾਂ ਨੂੰ ਬਾਬਾ ਜੀ ਦੀ ਜਿਹੜੀ ਚੜ੍ਹਦੀ ਕਲਾ ਸੀਗੀ ਹੈ ਨਾ, ਇਹਦਾ ਪਤਾ ਜਿਹੜਾ ਸਹਿਜ ਸੁਭਾਅ ਲੱਗ ਚੁੱਕਾ ਸੀਗਾ ਕਿ ਬਾਬਾ ਜੀ ਨੇ ਮਲੇਰਕੋਟਲਾ, ਰਾਏਕੋਟ ਅਤੇ ਉਸ ਤੋਂ ਬਾਅਦ ਲੁਧਿਆਣਾ, ਜਗਰਾਵਾਂ, ਇਹਨਾਂ ਇਲਾਕਿਆਂ ਦੇ ਤਕਰੀਬਨ 1300 ਪਿੰਡਾਂ ਦੇ ਉੱਪਰ ਅਤੇ ਜਾਰਜ ਥਾਮਸਨ ਇਹਨਾਂ ਦੀਆਂ ਫੌਜਾਂ ਨੂੰ ਸ਼ਿਕਸਤ ਦੇ ਕੇ ਇੱਕ ਬਹੁਤ ਭਾਰਾ ਜਿਹੜਾ ਰਾਜ ਸਥਾਪਿਤ ਕਰ ਲਿਆ ਹੈਗਾ। ਅਤੇ ਉਹਨਾਂ ਦੇ ਅੰਦਰ ਖਿੱਚ ਸੀ ਕਿ ਬਾਬਾ ਜੀ ਜਦ ਊਨਾ ਆਉਣਗੇ ਹੈ ਨਾ, ਅਤੇ ਉਹ ਇਹਨਾਂ ਦੇ ਦਰਸ਼ਨ ਅਤੇ ਸੇਵਾ ਜ਼ਰੂਰ ਕਰਨਗੇ। ਸੋ ਇਹਨਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਨ ਵਾਸਤੇ ਨਾ ਬਾਬਾ ਜੀ ਫਿਰ ਦੁਬਾਰਾ ਜਿਹੜੇ ਸੀਗੇ ਜਦ ਊਨਾ ਆਏ ਆ, ਇੱਥੇ ਆ ਕੇ ਬਾਬਾ ਜੀ ਨੇ ਫਿਰ ਇੱਕ ਜਿਹੜਾ ਸੀਗਾ ਬਹੁਤ ਭਾਰਾ ਉਹਨਾਂ ਟਾਈਮਾਂ ਦੇ ਵਿੱਚ ਧਾਰਮਿਕ ਦੀਵਾਨ ਸਜਾਇਆ। ਇਸ ਦੀਵਾਨ ਦੇ ਅੰਦਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਹੋਈਆਂ। ਇੱਥੇ ਬਾਬਾ ਜੀ ਨੇ ਜਿਹੜੇ ਦੀਵਾਨ ਦੇ ਅੰਦਰ ਪੱਕੇ ਤੌਰ 'ਤੇ ਰਹਿਣ ਵਾਲੀਆਂ ਸੰਗਤਾਂ ਸੀਗੀਆਂ, ਜਿਨ੍ਹਾਂ ਨੇ ਬਾਬਾ ਜੀ ਦੀ ਇਜਾਜ਼ਤ ਲਈ ਸੀਗੀ। ਬਾਬਾ ਜੀ ਨੇ ਹੁਕਮ ਦਿੱਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਸਿਮਰਨ ਸਾਧਨਾ ਕਰਨੀ। ਉਸ ਤੋਂ ਬਾਅਦ ਫਿਰ ਸਾਰੀ ਸੰਗਤ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨਾ ਹੈਗਾ, ਫਿਰ ਗੁਰਬਾਣੀ ਪੜ੍ਹਨੀ ਆ। ਉਸ ਤੋਂ ਬਾਅਦ ਕੜਾਹ ਪ੍ਰਸ਼ਾਦੀ ਦੇਗ ਵਰਤਦੀ ਆ, ਫਿਰ ਲੰਗਰ ਚੱਲਣਗੇ। ਇਸ ਤਰ੍ਹਾਂ ਇਹ ਜਿਹੜੇ ਸਾਰੇ ਪ੍ਰਬੰਧ ਸੀ ਇਹਨਾਂ ਸੰਗਤਾਂ ਦੇ ਨਾਲ ਸਾਂਝੇ ਕੀਤੇ ਆ, ਅਤੇ ਇਸ ਤਰ੍ਹਾਂ ਇੱਥੇ ਬੜਾ ਆਨੰਦ ਵੱਜਿਆ ਉਹਨਾਂ ਟਾਈਮਾਂ ਦੇ ਵਿੱਚ। ਜਦ ਇਸ ਆਨੰਦ ਦੇ ਵਿੱਚ ਬਾਬਾ ਜੀ ਜਿਹੜੇ ਮਗਨ ਹੋਏ ਆ, ਅਤੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਜਸਵਾਲ ਪਹਾੜੀ ਇਲਾਕਾ ਸੀਗਾ। ਇੱਥੇ ਦੀ ਜਿਹੜੀ ਕੁਛ ਸੰਗਤ ਸੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਈ। ਅਤੇ ਬਾਬਾ ਜੀ ਨੇ ਇਸ ਸੰਗਤ ਨੂੰ ਉਸ ਇਲਾਕੇ ਦੀ ਕੁਸ਼ਲ ਜੋ ਖੁਸ਼ੀ ਆ ਜਾਂ ਉੱਥੇ ਦਾ ਰਹਿਣ ਸਹਿਣ ਬਾਰੇ ਜਦ ਪੁੱਛਿਆ, ਅਤੇ ਇਸ ਸੰਗਤ ਨੇ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਇੱਥੇ ਦਾ ਜਿਹੜਾ ਰਾਜਾ ਹੈਗਾ, ਇਹ ਸਾਡੇ ਜਿੰਨੇ ਵੀ ਗਰੀਬ ਆਦਮੀ ਇਹਨਾਂ ਨੂੰ ਬੜਾ ਤੰਗ ਕਰਦਾ ਹੈਗਾ। ਜਿਹੜੇ ਕਹਿੰਦੇ ਟੈਕਸ ਦੇ ਦਿੰਦੇ ਉਹ ਠੀਕ ਆ, ਜਿਹੜੇ ਇੱਥੇ ਦੇ ਗਰੀਬ ਆਦਮੀ ਟੈਕਸ ਨਹੀਂ ਦਿੰਦੇ ਹਨ, ਅਤੇ ਇੱਥੇ ਦਾ ਜਿਹੜਾ ਰਾਜਾ ਹਾਕਮ ਹੈਗਾ, ਇਹਨਾਂ ਦੀਆਂ ਜ਼ਬਰਦਸਤੀ ਗਾਈਆਂ, ਮੱਝਾਂ, ਭਾਂਡੇ, ਇੱਥੋਂ ਤੱਕ ਘਰਾਂ 'ਚੋਂ ਕੱਪੜੇ ਵੀ ਚੱਕ ਕੇ ਲੈ ਜਾਂਦਾ ਹੈਗਾ। ਜਦ ਇਹ ਉਹਨਾਂ ਨੇ ਬੇਨਤੀ ਬਾਬਾ ਜੀ ਦੇ ਅੱਗੇ ਕੀਤੀ, ਤਾਂ ਬਾਬਾ ਜੀ ਨੂੰ ਇਹਨਾਂ ਜਿਹੜੇ ਗਰੀਬ ਪਹਾੜੀ ਆਦਮੀ ਸੀਗੇ ਇਹਨਾਂ 'ਤੇ ਬੜਾ ਤਰਸ ਆਇਆ। ਬਾਬਾ ਜੀ ਨੇ ਫਿਰ ਉਸ ਟਾਈਮ ਆਪਣਾ ਇੱਕ ਜਿਹੜਾ ਸਿੰਘ ਸੀਗਾ, ਇਹ ਸਿੰਘ ਨੂੰ ਜਸਵਾਲ ਜਿਹੜਾ ਸੀ ਇਲਾਕੇ ਵਿੱਚ ਭੇਜਿਆ। ਜਦ ਇਹ ਸਿੰਘ ਉਸ ਪਹਾੜੀ ਰਾਜੇ ਦੇ ਕੋਲ ਪਹੁੰਚਿਆ, ਉਹਨੇ ਆ ਕੇ ਬਾਬਾ ਜੀ ਦਾ ਜਿਹੜਾ ਸੁਨੇਹਾ ਸੀ ਇਸ ਰਾਜੇ ਨੂੰ ਦਿੱਤਾ ਕਿ ਤੁਸੀਂ ਆਪਣੇ ਇਲਾਕੇ ਦੀਆਂ ਜਿਹੜੀਆਂ ਗਰੀਬ ਸੰਗਤਾਂ ਹਨ, ਇਹਨਾਂ ਨੂੰ ਆਮ ਤੰਗ ਪਰੇਸ਼ਾਨ ਨਾ ਕਰੋ, ਅਤੇ ਇਹਨਾਂ ਦੀਆਂ ਮੱਝਾਂ, ਗਾਵਾਂ, ਜੋ ਕੱਪੜੇ ਆ ਅਤੇ ਭਾਂਡੇ ਆ, ਇਹ ਮੋੜ ਦਿਓ। ਜਦ ਉਹ ਸਿੰਘ ਨੇ ਬਾਬਾ ਜੀ ਦਾ ਸੁਨੇਹਾ ਜਿਹੜਾ ਸੀਗਾ ਇਸ ਰਾਜੇ ਨੂੰ ਦਿੱਤਾ, ਇਸ ਰਾਜੇ ਨੇ ਇਹ ਸੁਨੇਹੇ ਦੀ ਕੋਈ ਪਰਵਾਹ ਨਹੀਂ ਕੀਤੀ, ਸਗੋਂ ਉਸ ਸਿੰਘ ਨੂੰ ਜਿਹੜੇ ਸੀ ਉਲਟੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਉਹਨੇ ਇੱਥੇ ਤੱਕ ਕਹਿਤਾ ਕਿ ਤੁਹਾਡਾ ਜਿਹੜਾ ਬਾਬਾ ਹੈਗਾ, ਇਹਨੂੰ ਲੜਨ ਦਾ ਬੜਾ ਸ਼ੌਂਕ ਹੈਗਾ, ਅਤੇ ਜੇ ਉਹਨੇ ਗਊ, ਮੱਝਾਂ ਜਾਂ ਭਾਂਡੇ ਇਹਨਾਂ ਦੇ ਦੇਣੇ ਹੈਗੇ ਤਾਂ ਉਹਨੂੰ ਕਹਿ ਫਿਰ ਸਾਡੇ ਨਾਲ ਦੋ ਹੱਥ ਕਰਕੇ ਦੇਖੇ, ਫਿਰ ਇਹਨੂੰ ਪਤਾ ਲੱਗੇਗਾ ਕਿ ਅਸੀਂ ਲੋਕੀ ਕੌਣ ਹਾਂ। ਜਦੋਂ ਸਿੰਘ ਵਾਪਸ ਆਇਆ, ਉਹਨੇ ਬਾਬਾ ਜੀ ਨੂੰ ਜਿਹੜੇ ਸੀ ਉਸ ਪਹਾੜੀ ਰਾਜੇ ਦੀ ਜਿਹੜੀ ਨੀਤ ਸੀਗੀ ਨਾਂ ਦੇਣ ਦੀ, ਉਹਦੇ ਬਾਰੇ ਬਾਬਾ ਜੀ ਨੂੰ ਸਾਰਾ ਜਾਣੂ ਕਰਾਇਆ। ਅਤੇ ਬਾਬਾ ਜੀ ਨੇ ਫਿਰ ਉਹਨਾਂ ਟਾਈਮਾਂ ਦੇ ਵਿੱਚ ਇੱਕ 10,000 ਸਿੰਘਾਂ ਦਾ ਭਾਰੀ ਜਥਾ ਲੈ ਕੇ ਇਸ ਇਲਾਕੇ ਨੂੰ ਘੇਰ ਲਿਆ। ਜਦੋਂ ਬਾਬੇ ਜੀ ਨੂੰ ਇਸ ਇਲਾਕੇ ਦੇ ਵਿੱਚ ਆ ਕੇ ਜਦ ਇਸ ਇਲਾਕੇ ਨੂੰ ਘੇਰਿਆ, ਅਤੇ ਇਹ ਜਿਹੜਾ ਜਸਵਾਲ ਪਹਾੜੀਆ ਰਾਜਾ ਸੀਗਾ, ਇਹ ਆਪਣੇ ਇੱਕ ਦੋ ਹੋਰ ਗਵਾਂਢੀ ਰਾਜੇ ਦੀ ਸੈਨਾ ਲੈ ਕੇ ਬਾਬੇ ਜੀ ਦੇ ਟਾਕਰੇ ਵਾਸਤੇ ਮੈਦਾਨ ਵਿੱਚ ਉਤਰ ਆਇਆ। ਜਦ ਉਤਰ ਆਇਆ, ਇੱਥੇ ਤਕਰੀਬਨ ਬੜਾ ਭਾਰੀ ਜਿਹੜਾ ਸੀਗਾ ਜੰਗ ਹੋਇਆ। ਪਰ ਇਸ ਜੰਗ ਦੇ ਵਿੱਚ ਜਸਵਾਲ ਪਹਾੜੀ ਜਿਹੜਾ ਰਾਜਾ ਸੀਗਾ, ਇਹਦਾ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਹ ਜੰਗ ਤਕਰੀਬਨ ਅੱਧਾ ਦਿਨ ਰਹੀ। ਅੱਧੇ ਦਿਨ ਦੇ ਵਿੱਚ ਜਿਹੜੇ ਪਹਾੜੀ ਰਾਜੇ ਦੀ ਜਿਹੜੀ ਸੈਨਾ ਸੀਗੀ, ਜਿਹੜੀ ਕੁਛ ਬਚ ਗਈ ਸੀ, ਉਹ ਆਪਣੀ ਜਾਨ ਬਚਾ ਕੇ ਨੱਠ ਗਈ, ਅਤੇ ਇਹ ਜਿਹੜਾ ਮੈਦਾਨ ਸੀਗਾ ਲੜਾਈ ਦਾ, ਇਹ ਸਾਰਾ ਖਾਲੀ ਹੋ ਗਿਆ। ਇੱਥੇ ਬਾਬਾ ਜੀ ਦੀ ਫਤਿਹ ਹੋਈ। ਬਾਬਾ ਜੀ ਨੇ ਫਿਰ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਉਹਦੇ ਪਹਾੜੀ ਰਾਜੇ ਵੱਲੋਂ ਇਕੱਠੇ ਕੀਤੀਆਂ ਮੱਝਾਂ, ਗਾਵਾਂ, ਭਾਂਡੇ ਅਤੇ ਬਸਤਰ ਸੀਗੇ, ਇੱਕ ਜਗ੍ਹਾ ਇਕੱਠੇ ਕੀਤੇ। ਇਕੱਠੇ ਕਰਕੇ ਇਸ ਇਲਾਕੇ ਦੇ ਵਿੱਚ ਆਪਣੇ ਸਿੰਘ ਭੇਜ ਕੇ ਸਾਰੇ ਇਲਾਕੇ ਦੇ ਵਿੱਚ ਇਹ ਜਿਹੜਾ ਸੀ ਢੰਡੋਰਾ ਫੈਲਾਇਆ ਕਿ ਭਾਈ ਜਿਸ ਨੂੰ ਜਿਸ ਚੀਜ਼ ਦੀ ਲੋੜ ਹੈਗੀ ਆ, ਉਹ ਉਸੇ ਟਾਈਮ ਆ ਕੇ ਬਾਬਾ ਜੀ ਪਾਸੋਂ ਚੀਜ਼ ਲਿਜਾ ਸਕਦਾ ਹੈਗਾ। ਸੋ ਇਸ ਇਲਾਕੇ ਦੇ ਜਿੰਨੇ ਵੀ ਜਿਹੜੇ ਗਰੀਬ ਸੀਗੇ ਲੋਕੀ, ਉਹ ਸਾਰੇ ਇਕੱਠੇ ਹੋ ਕੇ ਬਾਬਾ ਜੀ ਦੇ ਪਾਸ ਹੋਏ। ਉਹਨਾਂ ਨੇ ਆ ਕੇ ਫਿਰ ਬਾਬਾ ਜੀ ਤੋਂ ਆਪਣੀ ਮੰਗ ਦੇ ਅਨੁਸਾਰ ਕਿਸੇ ਨੇ ਮੱਝ ਲਈ, ਕਿਸੇ ਨੇ ਗਾਂ ਲਈ, ਕਿਸੇ ਨੇ ਭਾਂਡੇ, ਕਿਸੇ ਨੇ ਕੱਪੜੇ, ਇਹ ਜਿਹੜੀਆਂ ਸਾਰੀਆਂ ਵਸਤਾਂ ਬਾਬਾ ਜੀ ਨੇ ਉਸ ਪਹਾੜੀ ਰਾਜੇ ਤੋਂ ਇਕੱਠੀਆਂ ਕੀਤੀਆਂ ਸੀਗੀਆਂ। ਇਹ ਜੰਗ ਜਿੱਤ ਗਏ, ਇਹ ਸਾਰੇ ਉਹਨਾਂ ਗਰੀਬਾਂ ਦੇ ਵਿੱਚ ਵੰਡੀਆਂ। ਫਿਰ ਉਹ ਜਿਹੜੇ ਗਰੀਬ ਇਲਾਕੇ ਦੇ ਜਿੰਨੇ ਵੀ ਜਿਹੜੇ ਸੀ ਉਹ ਆਦਮੀ ਸੀ, ਉਹਨਾਂ ਨੇ ਬਾਬਾ ਜੀ ਦੇ ਨਾਲ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਹਾਂ, ਜਦੋਂ ਵੀ ਕਿਤੇ ਤੁਹਾਨੂੰ ਜ਼ਰੂਰਤ ਪਈ ਤੁਸੀਂ ਸਾਨੂੰ ਇਸ ਇਲਾਕੇ ਦੇ ਵਿੱਚ ਇੱਕ ਵਾਰੀ ਕਿਸੇ ਵੀ ਸਿੰਘ ਨੂੰ ਭੇਜ ਕੇ ਸੁਨੇਹਾ ਦਿਓ, ਅਸੀਂ ਤੁਹਾਡੀ ਹਰ ਤਰ੍ਹਾਂ ਸੇਵਾ ਕਰਨ ਵਾਸਤੇ ਤਿਆਰ ਰਹਾਂਗੇ, ਤਾਂ ਆਪਣੀ ਜਾਨ ਦੀ ਜਿਹੜੀ ਹੈ
ਕੀਮਤ ਹੈ ਉਹ ਵੀ ਆਪ ਜੀ ਦੇ ਕਦਮਾਂ 'ਚ ਵਿਛਾ ਦਿਆਂਗੇ। ਸੋ ਇਹ ਜਿਹੜਾ ਜਸਵਾਲ ਪਹਾੜੀ ਇਲਾਕੇ ਦਾ ਜਿੰਨਾ ਵੀ ਜਿਹੜੇ ਲੋਕੀ ਸੀਗੇ ਇਹ ਵੀ ਇਹ ਬਾਬਾ ਜੀ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਜੁੜ ਗਏ ਸੀਗੇ। ਉਸ ਤੋਂ ਬਾਅਦ ਬਾਬਾ ਜੀ ਇੱਕ ਵਾਰ ਜਦ ਉਹਨੇ ਬੈਠੇ ਇਸ ਤਰ੍ਹਾਂ ਜਿਹੜੀ ਸੀ ਸੰਗਤਾਂ ਦੇ ਵਿੱਚ ਰੱਬੀ ਰੂਹਾਨੀਅਤ ਰੱਬ ਦੇ ਨਾਮ ਦਾ ਜਿਹੜਾ ਆਨੰਦ ਮਾਣ ਰਹੇ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਇੱਕ ਗਰੀਬ ਜਿਹੜੀ ਸੀ ਮਾਤਾ ਸੀ ਜਿਹੜੀ ਬੜੀ ਦੂਰੋਂ ਬਾਬਾ ਜੀ ਦਾ ਜਸ ਸੁਣ ਕੇ ਇਸ ਇਲਾਕੇ ਵਿੱਚ ਪਹੁੰਚੀ ਸੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ। ਅਤੇ ਉਹਨੇ ਆਪਣੇ ਨਾਲ ਬਾਬਾ ਜੀ ਦੀ ਭੇਟਾ ਦੇ ਵਾਸਤੇ ਇੱਕ ਸ਼ੇਰ ਜੌਂ ਜਿਹੜੇ ਸੀਗੇ ਕਿਸੇ ਮੈਲੇ ਕੱਪੜੇ ਵਿੱਚ ਬੰਨੇ ਹੋਏ ਸੀ ਉਹ ਆਪਣੇ ਨਾਲ ਲਿਆਂਦੇ। ਜਦ ਨਾਲ ਲਿਆਂਦੇ, ਜਦ ਬਾਬਾ ਜੀ ਦੇ ਦੀਵਾਨ ਦੇ ਵਿੱਚ ਉਹ ਬੀਬੀ ਪਹੁੰਚੀ ਅਤੇ ਅੰਦਰ ਜਾ ਕੇ ਜਿਉਂ ਹੀ ਉਸ ਬੀਬੀ ਨੇ ਨਜ਼ਰ ਮਾਰੀ ਅਤੇ ਬਾਬਾ ਜੀ ਦਾ ਸ਼ਾਹੀ ਦੀਵਾਨ ਦੇਖ ਕੇ ਜਿਹੜਾ ਬੀਬੀ ਦਾ ਹਿਆ ਨਹੀਂ ਪਿਆ ਕਿ ਮੈਂ ਅੰਦਰ ਜਾ ਕੇ ਇਹ ਜਿਹੜੇ ਇੱਕ ਸ਼ੇਰ ਜੌਂ ਹੈ ਬਾਬਾ ਜੀ ਦੇ ਅੱਗੇ ਭੇਟਾ ਕਰਾਂ। ਸੋ ਉਹ ਜਿਹੜੀ ਗਰੀਬ ਮਾਈ ਸੀ ਉਹ ਬਾਬਾ ਜੀ ਦੇ ਦੀਵਾਨ ਤੋਂ ਬਾਹਰ ਹੀ ਬੈਠ ਗਈ। ਜਦ ਬਾਹਰ ਬੈਠੀ ਤਾਂ ਬਾਬਾ ਜੀ ਦਾ ਜਿਹੜਾ ਧਿਆਨ ਸੀਗਾ ਉਸ ਗਰੀਬ ਮਾਈ ਵੱਲ ਖਿੱਚਿਆ ਗਿਆ ਅਤੇ ਬਾਬਾ ਜੀ ਨੇ ਆਪਣੀ ਅੰਤਰਾਤਮਾ ਦੇ ਨਾਲ ਉਸ ਗਰੀਬ ਮਾਈ ਦੇ ਪ੍ਰੇਮ ਨੂੰ ਤੱਕ ਕੇ ਬਾਬਾ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਆਪਣੇ ਸਿੰਘ ਭੇਜ ਕੇ ਉਸ ਮਾਈ ਨੂੰ ਬੜੇ ਸਤਿਕਾਰ ਦੇ ਨਾਲ ਦੀਵਾਨ ਵਿੱਚ ਲੈ ਲਿਆ। ਜਦ ਉਹ ਮਾਈ ਦੀਵਾਨ ਵਿੱਚ ਹੋਈ ਤਾਂ ਬਾਬਾ ਜੀ ਨੇ ਆਪ ਉੱਠ ਕੇ ਉਹਦੇ ਵਾਸਤੇ ਇੱਕ ਜਿਹੜਾ ਸੁੰਦਰ ਦਸ਼ਾਲਾ ਜਿਹੜਾ ਸੀਗਾ ਥੱਲੇ ਵਿਛਾਇਆ, ਉਸ ਮਾਈ ਨੂੰ ਬਿਠਾ ਲਿਆ। ਜਦ ਮਾਈ ਨੂੰ ਬਿਠਾ ਲਿਆ, ਉਸ ਗਰੀਬ ਮਾਈ ਦੇ ਜਿਹੜਾ 1 ਕਿਲੋ ਸ਼ੇਰ ਜੌਂ ਸੀਗੇ ਬਾਬਾ ਜੀ ਨੇ ਆਪ ਉਹਦੇ ਬੁੱਕਲ ਦੇ ਵਿੱਚੋਂ ਆਪ ਫੜ ਕੇ ਜਦ ਬਾਬਾ ਜੀ ਨੇ ਖੋਲ੍ਹੇ ਆ ਅਤੇ ਇਹ ਜੌਂ ਦੇਖ ਕੇ ਬਾਬਾ ਜੀ ਦਾ ਜਿਹੜਾ ਮਨ ਸੀਗਾ ਪ੍ਰੇਮ ਦੇ ਵਿੱਚ ਦੱਬ ਗਿਆ। ਬਾਬਾ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਸੇਵਕਾਂ ਨੂੰ ਇਹ ਆਖਿਆ ਕਿ ਇਹ ਜੌਂ ਦਾ ਜਿਹੜਾ ਆਟਾ ਹੈਗਾ ਇਹ ਹੁਣੇ ਹੀ ਤਿਆਰ ਕਰੋ। ਸੋ ਸੇਵਕਾਂ ਨੇ ਇਹ ਜੌਂ ਜਿਹੜੇ ਸੀ ਚੱਕੀ ਵਿੱਚ ਪੀਸ ਕੇ ਉਹਦਾ ਆਟਾ ਤਿਆਰ ਕੀਤਾ ਅਤੇ ਬਾਬਾ ਜੀ ਨੇ ਇਹ ਜਿਹੜਾ ਆਟਾ ਸੀਗਾ ਇਹਦੀ ਜਿਹੜਾ ਪ੍ਰਸ਼ਾਦਾ ਸੀ ਆਪ ਵੀ ਛਕਿਆ ਅਤੇ ਨਾਲ ਦੇ ਜਿੰਨੇ ਹੋਰ ਪ੍ਰੇਮੀ ਸੀ ਉਹਨਾਂ ਨੂੰ ਵੀ ਜਿਹੜਾ ਸੀ ਇਸ ਜੌਂ ਦੇ ਵਿੱਚੋਂ ਥੋੜ੍ਹਾ ਪ੍ਰਸ਼ਾਦ ਵੱਲੋਂ ਸਾਰੀ ਸੰਗਤ ਨੂੰ ਪ੍ਰਸ਼ਾਦ ਛਕਾਇਆ। ਪਰ ਇਸ ਜੌਂ ਦੇ ਵਿੱਚੋਂ ਜੋ ਪ੍ਰੇਮ ਦਾ ਸਵਾਦ ਸੀਗਾ ਸਾਰੀ ਸੰਗਤ ਨੇ ਇਹ ਦੇਖਿਆ ਕਿ ਇਹੋ ਜਿਹਾ ਜਿਹੜਾ ਪ੍ਰਸ਼ਾਦ ਹੈ ਅਸੀਂ ਕਦੇ ਨਹੀਂ ਖਾਧਾ। ਫਿਰ ਬਾਬਾ ਜੀ ਨੇ ਉਸ ਮਾਈ ਨੂੰ ਜਾਣ ਸਮੇਂ ਮੋਹਰਾਂ ਅਤੇ ਸੋਨੇ ਦੇ ਨਾਲ ਨਵਾਜ ਕੇ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਵਿਦਾ ਕੀਤਾ ਸੀਗਾ। ਇਸ ਤਰ੍ਹਾਂ ਹੈ ਨਾ ਬਾਬਾ ਜੀ ਇਹ ਬੇਗੋ ਇਲਾਕੇ ਦੇ ਵਿੱਚ ਜਦ ਪਹੁੰਚੇ ਆ ਅਤੇ ਇੱਥੇ ਇੱਕ ਮਹੰਤ ਸੀਗਾ ਜਿਹਦਾ ਨਾਮ ਸੀਗਾ ਰਾਮਚੇਰਾ। ਜਿਹੜਾ ਰਾਮਚੇਰਾ ਮਹੰਤ ਸੀ ਇਹਨੇ ਹੈ ਨਾ ਬਾਬਾ ਜੀ ਦਾ ਆਉਣਾ ਸੁਣ ਕੇ ਬਹੁਤ ਆਪਣੇ ਮਨ ਦੇ ਵਿੱਚ ਪ੍ਰਸੰਨਤਾ ਕੀਤੀ। ਇਹ ਆਪਣੇ ਚੇਲਿਆਂ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਾ। ਜਦ ਪਹੁੰਚਾ ਇਹ ਬਾਬਾ ਜੀ ਨੂੰ ਆਪਣੇ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਡੇਰੇ 'ਚ ਲੈ ਕੇ ਗਿਆ। ਜਦ ਡੇਰੇ 'ਚ ਬਾਬਾ ਜੀ ਪਹੁੰਚੇ ਆ ਅਤੇ ਜਿਹੜਾ ਮਹੰਤ ਰਾਮਚੇਰਾ ਸੀਗਾ ਇਹਨੇ ਬਾਬਾ ਜੀ ਦੀ ਬੜੀ ਆਓ ਭਗਤ ਕੀਤੀ ਅਤੇ ਬਾਬਾ ਜੀ ਨੇ ਇਹਨੂੰ ਚੇਰੇ ਨੂੰ ਇਸ ਇਲਾਕੇ ਦੀ ਸਾਰੀ ਜਿਹੜੀ ਸੁੱਖ ਸ਼ਾਂਤ ਪੁੱਛੀ ਆ ਅਤੇ ਫਿਰ ਇਸ ਮਹੰਤ ਨੇ ਬਾਬਾ ਜੀ ਨੂੰ ਦੱਸਿਆ ਸੀਗਾ ਕਿ ਇਹ ਜਿਹੜਾ ਇਲਾਕਾ ਹੈਗਾ ਇਹ ਮਹਾਰਾਜਾ ਪਟਿਆਲੇ ਦੇ ਜਿਹੜੀ ਰਾਜ ਦੇ ਅਧੀਨ ਆਉਂਦਾ ਹੈਗਾ ਅਤੇ ਇੱਥੇ ਮਹਾਰਾਜਾ ਪਟਿਆਲੇ ਦਾ ਇੱਕ ਦੀਵਾਨ ਹੈਗਾ ਜਿਹਦਾ ਨਾਂ ਨਾਨੂ ਹੈਗਾ। ਇਸ ਨਾਨੂ ਨੇ ਇਸ ਇਲਾਕੇ ਦੇ ਵਿੱਚ ਬੜੀ ਜਿਹੜੀ ਹੈ ਅੱਤ ਮਚਾਈ ਹੋਈ ਹੈ ਅਤੇ ਕੁੱਤੇ ਵਾਂਗੂ ਇਹ ਪਰਜਾ ਨੂੰ ਵੱਢ ਕੇ ਖਾਂਦਾ ਹੈਗਾ। ਜਦ ਬਾਬਾ ਜੀ ਨੇ ਜਿਹੜੀ ਸੀ ਇਹ ਨਾਨੂ ਦੀ ਇਹ ਬਦਮਾਸ਼ੀ ਜਿਹੜੀ ਸੀਗੀ ਮਹੰਤ ਰਾਮਚੇਰਾ ਦੇ ਪਾਸੋਂ ਸੁਣੀ ਆ, ਬਾਬਾ ਜੀ ਨੇ ਉਸ ਟਾਈਮ ਇੱਕ ਸਿੰਘ ਜਿਹੜਾ ਸੀ ਨਾਨੂ ਪਾਸ ਭੇਜਿਆ ਅਤੇ ਉਹਨੂੰ ਇਹ ਆਖਿਆ ਕਿ ਉਹਨੂੰ ਆ ਕੇ ਕਹਿ ਕੇ ਬਾਬਾ ਜੀ ਦੇ ਅੱਗੇ ਹਾਜ਼ਰ ਹੋਵੇ। ਜਦ ਉਹ ਜਿਹੜੇ ਸਿੰਘ ਸੀ ਉਹ ਨਾਨੂ ਪਾਸ ਪਹੁੰਚਿਆ, ਪਹਿਲਾਂ ਤਾਂ ਨਾਨੂ ਜਿਹੜਾ ਸੀਗਾ ਉਹ ਆਕੜ ਗਿਆ ਇਸ ਸਿੰਘ ਦੇ ਮੂਹਰੇ ਅਤੇ ਕਹਿਣ ਲੱਗਾ ਕਿ ਮੈਨੂੰ ਬਾਬੇ ਨਾਲ ਕੀ ਕੰਮ ਹੈ। ਪਰ ਦੂਜਿਆਂ ਦੇ ਸਮਝਾਉਣ ਦੇ ਉੱਤੇ ਜਦ ਜਿਹੜਾ ਨਾਨੂ ਸੀਗਾ ਦੀਵਾਨ ਇਹ ਬਾਬਾ ਜੀ ਦੇ ਅੱਗੇ ਹਾਜ਼ਰ ਹੋਇਆ, ਇਹਨੇ ਜਾ ਕੇ ਬਾਬਾ ਜੀ ਨੂੰ ਕੋਈ ਫਤਿਹ ਨਹੀਂ ਬੁਲਾਈ ਸਗੋਂ ਆਕੜ ਕੇ ਖੜ ਗਿਆ। ਜਦ ਆਕੜ ਕੇ ਖੜ ਗਿਆ ਇਹਦਾ ਇਹ ਸਲੂਕ ਦੇਖ ਕੇ ਨਾ ਬਾਬਾ ਜੀ ਨੂੰ ਪਹਿਲਾਂ ਤਾਂ ਇਹਨੂੰ ਬੜੇ ਨਿਮਰਤਾ ਭਰੇ ਉਪਦੇਸ਼ ਦਿੱਤੇ ਆ ਅਤੇ ਇਹਨੂੰ ਇੱਥੋਂ ਤੱਕ ਆਖਿਆ ਹੈ ਕਿ ਜਿਹੜੀ ਪਰਜਾ ਹੁੰਦੀ ਆ ਪੁੱਤਰ ਦੇ ਸਮਾਨ ਹੁੰਦੀ ਆ। ਸੋ ਪਰਜਾ ਦੀ ਜਿਹੜੀ ਰਾਖੀ ਕਰਨੀ ਹੈ ਨਾ ਇਹ ਉਸ ਦੀਵਾਨ ਦਾ ਪਹਿਲਾ ਕਰਤੱਵ ਬਣ ਜਾਂਦਾ ਹੈਗਾ। ਅਤੇ ਅਗਰ ਜਿਹੜਾ ਹੈਗਾ ਦੀਵਾਨ ਉਹ ਪਰਜਾ ਦੇ ਉੱਤੇ ਜ਼ੁਲਮ ਕਰੇ ਇਹਦੇ ਨਾਲ ਜਿਹੜੀ ਹੈ ਨਾ ਰਾਜੇ ਦੀ ਬਦਨਾਮੀ ਹੁੰਦੀ ਆ। ਜਦ ਬਾਬਾ ਜੀ ਨੇ ਇਹਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਦੇ ਕਈ ਬਚਨ ਆਖੇ ਆ ਪਰ ਨਾਨੂ ਨੇ ਜਿਹੜੀ ਸਾਰੀਆਂ ਗੱਲਾਂ ਬਾਬੇ ਦੀਆਂ ਸੀਗੀਆਂ ਇਹ ਸੁਣੀਆਂ ਅਣਸੁਣੀਆਂ ਕਰ ਦਿੱਤੀਆਂ ਅਤੇ ਉੱਥੋਂ ਜਿਹੜਾ ਇਹ ਮੂੰਹ ਦੇ ਵਿੱਚ ਬੁੜ ਕਰਦਾ ਆਪਣੇ ਵਾਪਸ ਆ ਗਿਆ। ਜਦ ਆ ਗਿਆ ਅਤੇ ਇਸ ਗੱਲ ਨੂੰ ਫਿਰ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਮਹੰਤ ਰਾਮਚੇਰਾ ਜੋ ਬਾਬਾ ਜੀ ਦੇ ਪਾਸ ਬੈਠੇ ਸੀਗੇ ਉਹਨਾਂ ਨੇ ਵੀ ਤਾੜ ਲਿਆ ਕਿ ਇਹ ਜਿਹੜਾ ਨਾਨੂ ਹੈਗਾ ਇਹ ਕਦੀ ਵੀ ਆਪਣਾ ਜੋ ਜ਼ੁਲਮ ਦਾ ਕੰਮ ਹੈਗਾ ਇਹ ਇਹਨਾਂ ਲੋਕਾਂ ਉੱਤੇ ਕਦੀ ਨਹੀਂ ਛੱਡੇਗਾ। ਅਤੇ ਇਹਨੇ ਬਾਬਾ ਜੀ ਨੂੰ ਸੁਭਾਵਕ ਆਖਿਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਦ ਤੱਕ ਇਸ ਨਾਨੂ ਦੀ ਜੜ੍ਹ ਨਹੀਂ ਪੱਟੀ ਜਾਂਦੀ ਹੈ ਨਾ ਇਹ ਕਦੀ ਨਹੀਂ ਸੁਧਰੇਗਾ। ਜਦ ਇਹ ਗੱਲ ਹੋਈ ਤਾਂ ਬਾਬਾ ਜੀ ਨੇ ਉਹਨਾਂ ਟਾਈਮਾਂ 'ਚ ਮੁਸਕਰਾ ਕੇ ਆਖਿਆ ਸੀਗਾ ਕਿ ਜੜ੍ਹ ਪੱਟਣੀ ਕੋਈ ਔਖੀ ਗੱਲ ਨਹੀਂ ਹੈ। ਦੇਖੋ ਸਾਹਮਣੇ ਸੋਨਾ ਦਾ ਬੂਟਾ ਹੈਗਾ, ਅਗਰ ਕੋਈ ਇਸ ਨੂੰ ਪੱਟ ਦੇਵੇ ਤਾਂ ਸਮਝ ਲਓ ਫਿਰ ਨਾਨੂ ਦੀ ਜੜ੍ਹ ਹੀ ਪੱਟੀ ਗਈ ਹੈ। ਜਦੋਂ ਬਾਬਾ ਜੀ ਦੇ ਮੂੰਹੋਂ ਸੁਭਾਵਕ ਇਹ ਜਿਹੜਾ
ਬਚਨ ਨਿਕਲਿਆ ਹੈਗਾ। ਤੇ ਉਸ ਟਾਈਮ ਫਿਰ ਇਹ ਰਾਮ ਚੇਰਾ ਦੇ ਚੇਲੇ ਨੇ ਜਾ ਕੇ ਸਰੋਂ ਦਾ ਬੂਟਾ ਪੱਟ ਸੱਟਿਆ। ਜਦ ਪੱਟ ਸੱਟਿਆ, ਇੱਧਰੋਂ ਨਾਨੂ ਜਿਹੜਾ ਸੀਗਾ ਆਪਣੇ ਜਦ ਘਰ ਪਹੁੰਚਿਆ ਹੈ ਤੇ ਕੁਦਰਤ ਦਾ ਭਾਣਾ ਇਸ ਤਰ੍ਹਾਂ ਵਰਤ ਪਿਆ ਕਿ ਅਗਲੇ ਦਿਨ ਇਸ ਇਲਾਕੇ ਦੇ ਸਿਪਾਹੀ ਤੇ ਬਾਕੀ ਜਿਹੜੇ ਕਰਮਚਾਰੀ ਸੀ ਹੈ ਨਾ, ਉਹ ਇਕੱਠੇ ਹੋ ਕੇ ਨਾਨੂ ਦੇ ਕੋਲ ਤਨਖਾਹ ਲੈਣ ਪਹੁੰਚੇ। ਜਦ ਤਨਖਾਹ ਲੈਣ ਪਹੁੰਚੇ, ਉਸ ਟਾਈਮ ਨਾਨੂ ਨੇ ਸ਼ਰਾਬ ਪੀਤੀ ਹੋਈ ਸੀਗੀ। ਇਹਨਾਂ ਨੇ ਜਿਹੜੇ ਕਰਮਚਾਰੀਆਂ ਤੇ ਸਿਪਾਹੀਆਂ ਦੀ ਕੋਈ ਗੱਲ ਨਹੀਂ ਸੁਣੀ, ਸਗੋਂ ਉਲਟੀਆਂ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦ ਗਾਲਾਂ ਕੱਢਣ ਤੋਂ ਬਾਅਦ ਵੀ ਜਿਹੜੇ ਨਾਨੂ ਨੇ ਜਿਹੜਾ ਸੀਗਾ ਇੱਥੋਂ ਤੱਕ ਬੱਸ ਨਹੀਂ ਕੀਤੀ ਕਿ ਇਹਨੇ ਆਪਣੇ ਹੱਥ ਦੀ ਜਿਹੜੀ ਕਿਰਪਾਨ ਸੀਗੀ ਉਹ ਨੰਗੀ ਕੱਢ ਕੇ ਜਦ ਇਹਨਾਂ ਸਿਪਾਹੀਆਂ ਤੇ ਕਰਮਚਾਰੀ ਨੂੰ ਡਰਾਉਣ ਵਾਸਤੇ ਇੱਥੋਂ ਦਬਕਾਇਆ। ਤੇ ਇਹਨਾਂ ਸਿਪਾਹੀਆਂ ਨੇ ਦੇਖ ਲਿਆ ਕਿ ਨਾਨੂ ਇਸ ਤਰ੍ਹਾਂ ਨਹੀਂ ਸੁਧਰੇਗਾ, ਤੇ ਇਹਨਾਂ ਸਿਪਾਹੀਆਂ ਨੇ ਹੀ ਫਿਰ ਇਸ ਨਾਨੂ ਤੋਂ ਕਿਰਪਾਨ ਖੋਹ ਕੇ ਇਹਦੇ ਉੱਤੇ ਚਲਾਤੀ, ਜਿਸ ਕਰਕੇ ਉਹਨਾਂ ਟਾਈਮਾਂ ਵਿੱਚ ਨਾਨੂ ਦੀ ਉੱਥੇ ਹੀ ਮੌਤ ਹੋ ਗਈ। ਜਦ ਮੌਤ ਹੋਈ ਤੇ ਬਾਬਾ ਜੀ ਦਾ ਇਹ ਬਚਨ ਜਿਹੜਾ ਸੀ ਸੱਤ ਹੋਇਆ ਕਿ ਭਾਈ ਆਹ ਸਾਹਮਣੇ ਸਰੋਂ ਦਾ ਬੂਟਾ ਹੈਗਾ, ਜਿਹੜਾ ਇਹ ਬੂਟਾ ਪੜ ਦੇਗਾ ਸਮਝ ਲਓ ਨਾਨੂ ਦੀ ਜੜ ਪੱਟੀ ਗਈ। ਸੋ ਇਸ ਤਰ੍ਹਾਂ ਬਾਬਾ ਜੀ ਜਿਹੜੇ ਬੇਗੋ ਇਲਾਕੇ ਦੇ ਵਿੱਚ 5 ਦਿਨ ਰਹੇ ਆ। 5 ਦਿਨਾਂ ਤੋਂ ਬਾਅਦ ਫਿਰ ਬਾਬਾ ਜੀ ਜਿਹੜੇ ਸੀਗੇ ਉੱਥੋਂ ਫਿਰ ਅੱਗੇ ਨੂੰ ਤੁਰ ਪਏ। ਜਦ ਬਾਬਾ ਜੀ ਤੁਰੇ ਆ, ਇੱਕ ਜੰਗਲ ਦੇ ਵਿੱਚ ਦੀ ਬਾਬਾ ਜੀ ਜਾ ਰਹੇ ਸੀ। ਬਾਬਾ ਜੀ ਨੇ ਕੀ ਦੇਖਿਆ ਕਿ ਇੱਥੇ ਇੱਕ ਸਾਧੂ ਜਿਹੜੇ ਸੀ ਨਾ, ਇੱਕ ਛੋਟੀ ਜਿਹੀ ਛੰਨ ਕੁਟੀਆ ਸੀਗੀ, ਉਹਦੇ ਵਿੱਚ ਉਹਨਾਂ ਨੇ ਇੱਕ ਮੂਰਤੀ ਬਣਾਈ ਹੁੰਦੀ ਸੀ। ਉਸ ਮੂਰਤੀ ਦੇ ਅੱਗੇ ਚੌਂਕੜਾ ਮਾਰ ਕੇ ਧਿਆਨ ਮੁਗਧ ਹੋ ਕੇ ਬੈਠੇ ਉੱਥੇ ਤਪੱਸਿਆ ਕਰਦੇ ਸੀਗੇ। ਜਦ ਬਾਬਾ ਜੀ ਦੀ ਨਜ਼ਰ ਸਾਧੂ 'ਤੇ ਪਈ ਆ, ਬਾਬਾ ਜੀ ਉਹਨਾਂ ਟਾਈਮਾਂ 'ਚ ਵਿੱਚ ਫਿਰ ਆਪਣੇ ਘੋੜੇ 'ਤੇ ਉਤਰੇ ਆ। ਉਤਰ ਕੇ ਜਾਤ ਇਹ ਸਾਧੂ ਦੀ ਕੁਟੀਆ ਜਗਾਇਆ। ਕੁਟੀਆ ਜਾ ਕੇ ਜਿਉਂ ਹੀ ਬਾਬਾ ਜੀ ਜਿਹੜੇ ਆ ਉੱਥੇ ਬੈਠੇ ਆ, ਇਹ ਸਾਧੂ ਦੀ ਜਿਹੜੀ ਸੁਰਤ ਸੀਗੀ, ਉਹ ਜੋ ਨਜ਼ਰ ਸੀਗੀ ਇਹਦੀ ਜਦ ਖੁੱਲ੍ਹੀ ਆ, ਇਹਨੇ ਬਾਬਾ ਜੀ ਵੱਲ ਤੱਕਿਆ। ਬਾਬਾ ਜੀ ਦਾ ਚਿਹਰਾ ਤੱਕਦੇ ਹੀ ਨਾ ਇਹ ਜਿਹੜਾ ਸਾਧੂ ਦੀ ਬਿਰਦੀ ਸੀਗੀ ਬਿਲਕੁਲ ਸ਼ੁੱਧ ਹੋ ਗਈ। ਤੇ ਉਹ ਸਾਧੂ ਨੇ ਬਾਬਾ ਜੀ ਦੇ ਚਿਹਰੇ ਨੂੰ ਤੱਕਦੇ ਤੱਕਦੇ ਇਹ ਗੱਲ ਆਖੀ ਕਿ ਤੁਸੀਂ ਕੌਣ ਹੋ ਜਿਨ੍ਹਾਂ ਨੇ ਮੇਰੇ ਧਿਆਨ ਨੂੰ ਆਪਣੇ ਧਿਆਨ ਦੇ ਵੱਲ ਖਿੱਚ ਲਿਆ ਹੈਗਾ। ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਗਿਆਨ ਦੇ ਬਹੁਤ ਵੱਡੇ ਭੰਡਾਰ ਹੋ। ਜਦ ਇਹ ਗੱਲਬਾਤ ਹੋਈ ਆ ਤੇ ਫਿਰ ਬਾਬਾ ਜੀ ਨੇ ਉਹ ਸਾਧੂ ਨੂੰ ਇਹ ਪਰਮਾਰਥ ਦੇ ਬਚਨ ਸੁਣਾਏ ਆ। ਫਿਰ ਉਹ ਸਾਧੂ ਨੇ ਇਹ ਗੱਲ ਕੀਤੀ ਹੈ ਕਿ ਮੈਨੂੰ ਇੱਕ ਪ੍ਰਸ਼ਨ ਆ ਮੇਰੇ ਮਨ ਦੇ ਵਿੱਚ ਵੀ ਤੁਸੀਂ ਇਹ ਦੱਸੋ ਕਿ ਜਿਹੜਾ ਦ੍ਰਿਸ਼ਟ ਮਨ ਜਗਤ ਹੈ ਕੀ ਹੁੰਦਾ ਹੈਗਾ। ਫਿਰ ਬਾਬਾ ਜੀ ਨੇ ਪਰਮਾਰਥ ਦੇ ਬਚਨਾਂ ਦੇ ਵਿੱਚ ਉਹ ਸਾਧੂ ਨੂੰ ਇਹ ਗੱਲ ਦੱਸੀ ਸੀ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਜਿਹੜੇ ਸਾਰੇ ਬਚਨ ਸੀ ਉਹ ਸਾਧੂ ਨੂੰ ਬੜੇ ਪ੍ਰੇਮ ਦੇ ਨਾਲ ਸਮਝਾਇਆ, ਜਿਸ ਨੂੰ ਸੁਣ ਕੇ ਸਾਧੂ ਜਿਹੜਾ ਸੀ ਬਹੁਤ ਗਦਗਦ ਹੋਇਆ, ਬਹੁਤ ਪ੍ਰਸੰਨ ਹੋਇਆ। ਇਸ ਤੋਂ ਬਾਅਦ ਬਾਬਾ ਜੀ ਨੇ ਫਿਰ ਉਹ ਸਾਧੂ ਨੂੰ ਜੰਗਲ ਵਿੱਚ ਰਹਿਣ ਦਾ ਜਿਹੜਾ ਕਾਰਨ ਸੀ ਉਹ ਇਹ ਵੀ ਦੱਸਿਆ ਹੈਗਾ ਕਿ ਜੇ ਤੁਸੀਂ ਘਰ ਦੇ ਵਿੱਚ ਰਹਿ ਕੇ ਬੰਦਗੀ ਕਰੋ, ਸੇਵਾ ਕਰੋ, ਸਿਮਰਨ ਸਾਧਨਾ ਕਰੋ, ਆਏ ਗਏ ਸੰਗਤ ਦੀ ਸੇਵਾ ਕਰੋ, ਤਾਂ ਤੁਹਾਨੂੰ ਘਰ ਬੈਠਿਆਂ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਸਕਦੀ ਹੈ। ਫਿਰ ਬਾਬਾ ਜੀ ਨੇ ਰੇ ਮਨ ਐਸੋ ਕਰ ਸੰਨਿਆਸਾ ਵਨ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹੇ ਦਾਸਾ ਜਟ ਕੀ ਜਟਾ ਜੋ ਕੁ ਮੰਜਨ ਨੇਮ ਕੇ ਨਖਨ ਵਧਾਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਪੇ ਬੂਤਲ ਲਗਾਓ ਅਲਪ ਹਰ ਸੁਲਪ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਭੈ ਹੈ ਬੋ ਤ੍ਰੈ ਗੁਣ ਅਤੀਤ। ਇਹ ਜਿਹੜੇ ਸਾਰੇ ਸ਼ਬਦ ਦੀ ਵਿਆਖਿਆ ਜਿਹੜੀ ਸੀ ਉਹ ਸਾਧੂ ਦੇ ਨਾਲ ਕੀਤੀ ਆ। ਤੇ ਉਹ ਜਿਹੜਾ ਸਾਧੂ ਸੀਗਾ ਫਿਰ ਇਹ ਜੰਗਲ ਨੂੰ ਛੱਡ ਕੇ ਫਿਰ ਆਪਣੇ ਵਾਪਸ ਪਰਿਵਾਰ ਦੇ ਵਿੱਚ ਚਲਾ ਗਿਆ ਤੇ ਪਰਿਵਾਰ ਦੇ ਵਿੱਚ ਰਹਿ ਕੇ ਫਿਰ ਉਹਨੇ ਬੰਦਗੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਹੈ ਨਾ ਬਾਬਾ ਜੀ ਜਿਹੜੇ ਸੀਗੇ ਫਿਰ ਉਹ ਉਹਨੇ ਨੂੰ ਛੱਡ ਕੇ ਨਾ ਆਪਣਾ ਜਿਹੜਾ ਜਨਮ ਸਥਾਨ ਸੀ ਡੇਰਾ ਬਾਬਾ ਨਾਨਕ ਇੱਧਰ ਜਦ ਪਹੁੰਚੇ ਆ ਤੇ ਜਦ ਬਾਬਾ ਜੀ ਇੱਥੇ ਆਏ ਆ, ਇੱਥੇ ਦੇ ਜਿੰਨੇ ਵੀ ਬੇਦੀ ਬੰਸ ਦੇ ਸਿੰਘ ਸਰਦਾਰ ਸੀ ਬਾਬਾ ਜੀ ਦਾ ਆਉਣਾ ਸੁਣ ਕੇ ਬੜੇ ਖੁਸ਼ ਹੋਏ ਆ। ਉਹਨਾਂ ਨੂੰ ਬਾਬਾ ਜੀ ਦੇ ਜਿਹੜੇ ਜਿੱਤੇ ਇਲਾਕੇ ਸੀਗੇ ਜਾਂ ਹੋਰ ਵੀ ਬਾਬਾ ਜੀ ਦਾ ਜਿਹੜਾ ਰਾਜ ਯੋਗ ਸੀਗਾ ਉਹਨਾਂ ਨੂੰ ਸੁਣ ਕੇ ਹੈ ਨਾ ਤੇ ਬੇਦੀ ਬੰਸ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਜਿਹੜੇ ਸਰਦਾਰ ਸਾਰੇ ਸੀਗੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ। ਤੇ ਬਾਬਾ ਜੀ ਨੇ ਇੱਥੇ ਫਿਰ ਆਪਣੇ ਪਿਤਾ ਬਾਬਾ ਅਜੀਤ ਸਿੰਘ ਦੇ ਨਾਂ ਦੇ ਉੱਤੇ ਇੱਕ ਲੰਗਰ ਦਾ ਭੰਡਾਰਾ ਕੀਤਾ। ਜਦ ਭੰਡਾਰਾ ਕੀਤਾ, ਇਸ ਭੰਡਾਰੇ ਦੇ ਵਿੱਚ ਬੇਦੀ ਬੰਸ ਦੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਇਸ ਭੰਡਾਰੇ ਦੇ ਵਿੱਚ ਜਦ ਬਾਬਾ ਜੀ ਨੇ ਬੁਲਾਇਆ, ਇੱਥੇ ਬਾਬਾ ਜੀ ਦੀ ਜਿਹੜੀ ਨਿਮਰਤਾ ਭਾਵ ਜਾਂ ਸੇਵਾ ਕਰਨ ਦੀ ਭਾਵਨਾ ਸੀ ਤੇ ਜਿਹੜੇ ਨਿਮਰਤਾ ਭਾਵ ਬਚਨ ਆਈ ਗਈ ਸਾਧ ਸੰਗਤ ਦਾ ਬੜਾ ਉੱਠ ਕੇ ਸਵਾਗਤ ਕਰਨਾ, ਸਾਰਾ ਕੁਝ ਦੇਖ ਕੇ ਬੇਦੀ ਬੰਸ ਦਾ ਪ੍ਰਭਾਵਿਤ ਹੋਇਆ ਹੀ ਆ। ਪਰ ਇਲਾਕੇ ਦੀਆਂ ਜਿਹੜੀਆਂ ਸਾਰੀਆਂ ਸੰਗਤਾਂ ਸੀਗੀਆਂ ਹਨ ਉਹ ਵੀ ਬਹੁਤ ਪ੍ਰਭਾਵਿਤ ਹੋਈਆਂ ਕਿ ਬਾਬਾ ਜੀ ਦਾ ਐਡਾ ਭਾਰਾ ਰਾਜ ਹੋਣ ਦੇ ਬਾਵਜੂਦ ਵੀ ਬਾਬਾ ਜੀ ਨੇ ਨਿਮਰਤਾ ਦੀ ਜਿਹੜੀ ਇਹ ਮੇਨ ਮਹਾਨ ਗੁਣ ਸੀਗਾ ਉਹ ਨਹੀਂ ਅੰਦਰੋਂ ਛੱਡਿਆ। ਤੇ ਮਿੱਠ ਬੋਲੜਾਪਨ ਜਿਹੜਾ ਹੈ ਨਾ ਬਾਬਾ ਜੀ ਦਾ ਸੀਗਾ ਉਹ ਵੀ ਸਾਰੀ ਸੰਗਤ ਦੇਖ ਕੇ ਬੜੀ ਗਦਗਦ ਹੋਈ ਆ। ਇੱਥੇ ਫਿਰ ਬਾਬਾ ਜੀ ਨੇ ਜਿੰਨੇ ਵੀ ਭੰਡਾਰੇ 'ਚ ਆਈਆਂ ਸੰਗਤਾਂ ਸੀਗੀਆਂ ਸਾਰੀਆਂ ਸੰਗਤਾਂ ਦੇ ਇੱਕ ਜੀ ਨੂੰ ਜਾਣ ਲੱਗਿਆ 1-1 ਰੁਪਈਆ ਜਿਹੜਾ ਸੀਗਾ ਉਹ ਭੇਟਾ ਵਜੋਂ ਵੀ ਦਿੱਤਾ। ਤੇ ਜਿਸ ਦਾ ਇਹ ਬਾਬਾ ਜੀ ਦਾ ਵਰਤਾਰਾ ਦੇਖ ਕੇ ਬੇਦੀ ਬੰਸ ਨੇ ਫਿਰ ਉਹਨਾਂ ਟਾਈਮਾਂ ਦੇ ਵਿੱਚ ਸਲਾਹ ਕੀਤੀ ਕਿ ਅਸੀਂ ਹੈ ਨਾ ਬਾਬਾ ਜੀ ਨੂੰ ਆਪਣਾ ਬੇਦੀ ਬੰਸ ਦਾ ਮੁਖੀ ਥਾਪਦੇ ਹਾਂ। ਤੇ ਇਹਨਾਂ ਨੇ ਫਿਰ ਬਾਬਾ ਜੀ ਦੇ ਨਾਲ ਜਦੋਂ ਇਸ ਤਰ੍ਹਾਂ ਦੀ ਵਿਚਾਰ ਕੀਤੀ ਤੇ ਬਾਬਾ ਜੀ ਨੇ ਆਖਿਆ
कि भाई मुखी ਤਾਂ ਧੰਨ ਗੁਰੂ ਨਾਨਕ ਸਾਹਿਬ ਹੀ ਹੈ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਜਿਹੜਾ ਵੀ ਆਦਮੀ ਕੋਈ ਕਮਾ ਲੈਂਦਾ ਹੈਗਾ ਉਹ ਫਿਰ ਆਪਣੇ ਆਪ ਦੇ ਵਿੱਚ ਸਦਾ ਪ੍ਰਧਾਨ ਬਣਿਆ ਰਹਿੰਦਾ ਹੈਗਾ। ਪਰ ਬੇਦੀ ਬੰਸ ਨੇ ਫਿਰ ਵੀ ਬਾਬਾ ਜੀ ਦੇ ਸਤਿਕਾਰ ਵਜੋਂ ਇਹਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਸੀ ਅਤੇ ਆਪਣਾ ਬੇਦੀ ਬੰਸ ਦਾ ਮੁਖੀ ਫਿਰ ਬਾਬਾ ਜੀ ਨੂੰ ਜਿਹੜਾ ਸੀ ਉੱਥੇ ਡੇਰਾ ਬਾਬਾ ਨਾਨਕ ਚੁਣਿਆ ਸੀਗਾ। ਉਸ ਤੋਂ ਬਾਅਦ ਫਿਰ ਬਾਬਾ ਜੀ ਜਿਹੜੇ ਸੀਗੇ ਇੱਕ ਵਾਰ ਜਿਹੜੇ ਸੀ ਜਦ ਕਿਤੇ ਰਸਤੇ 'ਚ ਜਾ ਰਹੇ ਸੀ, ਜਦ ਬਾਬਾ ਜੀ ਆਪਣੇ ਘੋੜੇ ਦੇ ਵਿੱਚ ਕੁਝ ਸਿੰਘਾਂ ਦੇ ਨਾਲ ਰਸਤੇ 'ਚ ਜਾ ਰਹੇ ਸੀ ਤਾਂ ਬਾਬਾ ਜੀ ਦੀ ਨਜ਼ਰ ਜਿਹੜੀ ਸੀਗੀ ਇੱਕ ਪੋਥੀ ਦੇ ਥੱਲੇ ਪਈ ਆ। ਜਦ ਪੋਥੀ 'ਤੇ ਪਈ ਆ ਤਾਂ ਬਾਬਾ ਜੀ ਨੇ ਆਪਣੇ ਸਿੰਘਾਂ ਨੂੰ ਆਖਿਆ ਕਿ ਦੇਖੋ ਆ ਜਿਹੜੀ ਥੱਲੇ ਪੋਥੀ ਪਈ ਹੈ ਕੀ ਆ। ਜਦ ਨਾਲ ਦੇ ਸਿੰਘ ਜਿਹੜੇ ਸੀ ਉਹ ਘੋੜੇ ਤੋਂ ਉਤਰੇ, ਉਹਨਾਂ ਨੇ ਜਦ ਕੀ ਦੇਖਿਆ ਤਾਂ ਇੱਕ ਪੋਥੀ ਜਿਹੜੀ ਸੀ ਉਹ ਗੁਰਬਾਣੀ ਦੀ ਥੱਲੇ ਪਈ ਸੀਗੀ। ਅਤੇ ਜਿਹਨੂੰ ਦੇਖ ਕੇ ਉਹਨਾਂ ਨੇ ਕਿਹਾ ਬਾਬਾ ਜੀ ਨੂੰ, ਬਾਬਾ ਜੀ ਸਾਨੂੰ ਲੱਗਦਾ ਹੈ ਕਿ ਇਹ ਗੁਰਬਾਣੀ ਦੀ ਪੋਥੀ ਪਈ ਹੈ। ਅਤੇ ਜਦ ਇਹ ਗੁਰਬਾਣੀ ਦਾ ਨਾਂ ਸੁਣਿਆ ਬਾਬਾ ਜੀ ਨੇ ਯਕਦਮ ਘੋੜੇ ਤੋਂ ਥੱਲੇ ਛਾਲ ਮਾਰ ਦਿੱਤੀ ਅਤੇ ਥੱਲੇ ਉਤਰ ਗਏ। ਬਾਬਾ ਜੀ ਨੇ ਬੜੇ ਨਿਮਰਤਾ ਅਤੇ ਸਤਿਕਾਰ ਦੇ ਨਾਲ ਜਿਹੜੀ ਸੀ ਉਸ ਪੋਥੀ ਨੂੰ ਆਪਣੇ ਹੱਥ ਵਿੱਚ ਲਿਆ ਅਤੇ ਬਾਬਾ ਜੀ ਨੇ ਫਿਰ ਇਹ ਆਖਿਆ, ਕਹਿੰਦੇ ਦੇਖੋ ਭਾਈ ਇਹ ਪੋਥੀ ਪਰਮੇਸ਼ਰ ਦਾ ਥਾਨ ਹੈਗਾ। ਗੁਰਬਾਣੀ ਦੀ ਜਿਹੜੀ ਨਰਾਦਰੀ ਹੈ ਇਸ ਨਗਰ ਨੂੰ ਜਿਹੜੀ ਸੀਗੀ ਉਹ ਸਾੜ ਸਕਦੀ ਹੈਗੀ ਆ। ਅਤੇ ਬਾਬਾ ਜੀ ਨੇ ਦੇਖੋ ਉਸੇ ਟਾਈਮ ਬੜੇ ਸੁੱਚੇ ਜਿਹੜੇ ਸੀ ਉਹ ਵਸਤਰ ਕੱਪੜੇ ਆਪਣੇ ਕੋਲੋਂ ਕੱਢੇ ਆ, ਕੱਢ ਕੇ ਇਹ ਪੋਥੀ ਨੂੰ ਬੜੇ ਪ੍ਰੇਮ ਅਤੇ ਪਿਆਰ ਦੇ ਨਾਲ ਉਹਨਾਂ ਕੱਪੜਿਆਂ ਦੇ ਵਿੱਚ ਰੱਖਿਆ ਅਤੇ ਬਾਬਾ ਜੀ ਨੇ ਆਪ ਉਹ ਜਿਹੜੀ ਪੋਥੀ ਸੀ ਆਪਣੇ ਸੀਸ 'ਤੇ ਰੱਖੀ ਆ। ਉਸ ਤੋਂ ਬਾਅਦ ਬਾਬਾ ਜੀ ਪੈਦਲ ਹੀ ਉਸ ਪੋਥੀ ਨੂੰ ਲੈ ਕੇ ਆਪਣੇ ਡੇਰੇ ਪਹੁੰਚੇ ਸੀਗੇ। ਭਾਵ ਕੀ ਆ, ਬਾਬਾ ਜੀ ਜਿਹੜੇ ਸੀ ਉਹ ਇੰਨਾ ਗੁਰਬਾਣੀ ਦਾ ਸਤਿਕਾਰ ਕਰਦੇ ਸੀ ਅਤੇ ਸਾਰੀ ਸੰਗਤ ਨੂੰ ਇਹ ਦੱਸਦੇ ਸੀਗੇ ਕਿ ਭਾਈ ਇਹ ਗੁਰੂ ਨਾਨਕ ਦੀ ਬਾਣੀ ਹੈ, ਧੁਰ ਕੀ ਬਾਣੀ ਹੈ ਜਿਨ ਸਗਲੀ ਚਿੰਤ ਮਿਟਾਈ। ਇਹ ਗੁਰਬਾਣੀ ਹੀ ਇਸ ਲੋਕ ਅਤੇ ਪਰਲੋਕ ਨੂੰ ਸੁਖੀ ਬਣਾਉਂਦੀ ਆ। ਔਰ ਜਿਹੜਾ ਇਨਸਾਨ ਗੁਰਬਾਣੀ ਦਾ ਅਦਬ ਪੈ ਅਤੇ ਸਤਿਕਾਰ ਨਹੀਂ ਕਰਦਾ ਹੈਗਾ ਉਹਦਾ ਲੋਕ ਅਤੇ ਪਰਲੋਕ ਦੋਨੋਂ ਹੀ ਉੱਤੋਂ ਚਲੇ ਜਾਂਦੇ ਹੈਗੇ ਆ। ਸੋ ਉਸ ਤੋਂ ਬਾਅਦ ਬਾਬਾ ਜੀ ਇਹਨਾਂ ਇਲਾਕਿਆਂ ਦੇ ਵਿੱਚੋਂ ਵਿਚਰਦੇ ਹੋਏ ਜਦ ਇਸ ਇਲਾਕੇ ਨੂੰ ਭਾਗ ਲਾ ਰਹੇ ਸੀਗੇ ਅਤੇ ਇੱਥੇ ਬਾਬਾ ਜੀ ਗੁਜਰਾਂਵਾਲ ਤੋਂ ਸਰਦਾਰ ਮਹਾਂ ਸਿੰਘ ਇਹਨਾਂ ਦੇ ਜਿਹੜੇ ਘਰ ਦੀ ਜਿਹੜੀ ਸਰਦਾਰਨੀ ਸੀ ਜਿਹਦਾ ਨਾਂ ਸੀਗੀ ਸਰਦਾਰਨੀ ਰਾਜ ਕੌਰ। ਮਹਾਂ ਸਿੰਘ ਦੇ ਜਿਹੜੇ ਘਰੋਂ ਸਰਦਾਰਨੀ ਰਾਜ ਕੌਰ ਸੀ ਉਹਨੇ ਬਾਬਾ ਜੀ ਦੇ ਪਾਸ ਕੁਛ ਆਪਣੇ ਇਲਾਕੇ ਦੇ ਜਿਹੜੇ ਸੀ ਉਹ ਸੇਵਾਦਾਰ ਭੇਜੇ ਆ। ਇਹ ਬਾਬਾ ਜੀ ਦੇ ਪਾਸ ਆਏ, ਇਹਨਾਂ ਨੇ ਆ ਕੇ ਬਾਬਾ ਜੀ ਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਰਦਾਰਨੀ ਰਾਜ ਕੌਰ ਜੀ ਨੇ ਭੇਜਿਆ ਹੈਗਾ ਅਤੇ ਉਹਨਾਂ ਦੇ ਪਤੀ ਸਰਦਾਰ ਮਹਾਂ ਸਿੰਘ ਜਿਹੜੇ ਹੈ ਉਹ ਅਕਾਲ ਚਲਾਣਾ ਕਰ ਗਏ ਹੈ ਅਤੇ ਉਹਨਾਂ ਦਾ 13ਵੇਂ ਦਿਨ ਦੇ ਉੱਤੇ ਉਹਨਾਂ ਦਾ ਜਿਹੜਾ ਛੋਟਾ ਲੜਕਾ ਹੈ ਜਿਹਦਾ ਨਾਂ ਰਣਜੀਤ ਸਿੰਘ ਹੈ ਉਹਦੀ ਦਸਤਾਰਬੰਦੀ ਕਰਨੀ ਹੈ। ਸੋ ਤੁਸੀਂ ਉਚੇਚੇ ਤੌਰ 'ਤੇ ਉੱਥੇ ਜ਼ਰੂਰ ਪਹੁੰਚਣਾ ਹੈਗਾ। ਔਰ ਸਰਦਾਰਨੀ ਰਾਜ ਕੌਰ ਜੀ ਨੇ ਇੱਥੋਂ ਤੱਕ ਇਹ ਵੀ ਆਖਿਆ ਹੈ ਕਿ ਅਗਰ ਬਾਬਾ ਜੀ ਜਿਹੜੇ ਹੈ ਇੱਥੇ ਇਲਾਕੇ ਵਿੱਚ ਨਹੀਂ ਆਉਣਗੇ ਸਾਡੇ 'ਚ ਤਾਂ ਮੈਂ ਆਪਣੇ ਲੜਕੇ ਦੀ ਜਿਹੜੀ ਬੇਟੇ ਦੀ ਦਸਤਾਰਬੰਦੀ ਨਹੀਂ ਕਰਨੀ। ਸੋ ਇਹਨਾਂ ਦੇ ਨਿਮਰਤਾ ਭਰੇ ਬਚਨ ਸੁਣ ਕੇ ਬਾਬਾ ਜੀ ਜਿਹੜੇ ਸੀਗੇ ਫਿਰ ਇਸ ਗੁਜਰਾਂਵਾਲ ਇਲਾਕੇ ਦੇ ਵਿੱਚ ਆਪਣੀ ਸੈਨਾ ਸਮੇਤ ਜਦ ਇਸ ਇਲਾਕੇ 'ਚ ਪਹੁੰਚੇ ਆ ਅਤੇ ਉਸ ਟਾਈਮ ਜਿਹੜਾ ਸਰਦਾਰਨੀ ਰਾਜ ਕੌਰ ਸੀ ਇਹਦਾ ਲੜਕਾ ਜਿਹੜਾ ਰਣਜੀਤ ਸਿੰਘ ਸੀ ਇਹਦੀ ਉਮਰ ਤਕਰੀਬਨ ਉਹਨਾਂ ਟਾਈਮਾਂ ਦੇ ਵਿੱਚ 11-12 ਸਾਲ ਦੀ ਹੋਈ ਹੈ। ਜਦ ਬਾਬਾ ਜੀ ਦਾ ਜਿਹੜਾ ਆਉਣਾ ਸੁਣ ਕੇ ਅਤੇ ਜਿਹੜੀ ਸਰਦਾਰਨੀ ਰਾਜ ਕੌਰ ਸੀ ਇਹਨੂੰ ਬਹੁਤ ਜ਼ਿਆਦਾ ਚਾਅ ਅਤੇ ਖੁਸ਼ੀ ਹੋਈ ਆ। ਇਹਨੇ ਬਾਬਾ ਜੀ ਦੇ ਸਵਾਗਤ ਵਾਸਤੇ ਉੱਥੇ ਬੜਾ ਭਾਰੀ ਪ੍ਰਬੰਧ ਕੀਤਾ ਹੈਗਾ। ਜਦ 13ਵਾਂ ਦਿਨ ਹੋਇਆ ਅਤੇ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਹੋਰ 13ਵੇਂ ਦਿਨ ਦੇ ਉੱਤੇ ਰਾਜੇ ਜਾਂ ਸਰਦਾਰ, ਨਵਾਬ, ਵਜ਼ੀਰ ਅਤੇ ਦੂਸਰੇ ਜਗੀਰਦਾਰ ਅਤੇ ਇੱਥੇ ਰਹੀਸ ਇਹ ਜਿਹੜੇ ਸੀ ਸਾਰੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਸੀ ਉਹ ਇਸ ਦਸਤਾਰਬੰਦੀ ਦੇ ਉੱਤੇ ਸਰਦਾਰਨੀ ਰਾਜ ਕੌਰ ਜੀ ਨੇ ਬੁਲਾਏ ਸੀਗੇ। ਜਦ ਬੁਲਾਏ ਸੀਗੇ ਅਤੇ ਬਾਬਾ ਜੀ ਜਦ ਇੱਥੇ ਆਏ ਆ ਸਰਦਾਰਨੀ ਦੇ ਕੋਲ ਅਤੇ 13ਵੇਂ ਦਿਨ ਦੇ ਵਿੱਚ ਬਾਬਾ ਜੀ ਨੇ ਜਿੰਨੇ ਵੀ ਜਿਹੜੇ ਇਸ ਇਲਾਕੇ ਦੇ ਵਿੱਚ ਰਾਜੇ, ਨਵਾਬ ਅਤੇ ਹੋਰ ਮਿਸਲਾਂ ਦੇ ਸਰਦਾਰ, ਰਹੀਸ ਅਤੇ ਜਗੀਰਦਾਰ ਸੀਗੇ ਇਹਨਾਂ ਦੀਆਂ ਮਨ ਦੀਆਂ ਬਿਰਤੀਆਂ ਜਿਹੜੀਆਂ ਬੁੱਝ ਲਈਆਂ ਸੀਗੀਆਂ। ਬੁੱਝ ਕੇ ਬਾਬਾ ਜੀ ਨੇ ਇਹ ਆਖਿਆ ਸੀਗਾ ਕਿ ਅਗਰ ਤੁਸੀਂ ਸਾਰੇ ਇਕੱਠੇ ਹੋ ਜਾਓ, ਇਕੱਠੇ ਹੋ ਕੇ ਇਹ ਜਿਹੜਾ ਬੱਚਾ ਹੈਗਾ ਜਿਹੜਾ ਰਣਜੀਤ ਸਿੰਘ ਹੈਗਾ, ਅਗਰ ਤੁਸੀਂ ਇਸ ਬੱਚੇ ਦੀ ਅਗਵਾਈ ਦੇ ਵਿੱਚ ਤੁਸੀਂ ਆਪਣਾ ਕੋਈ ਨਾ ਕੋਈ ਇੱਕ ਜਥੇਬੰਦ ਅਤੇ ਢਾਂਚਾ ਮਜ਼ਬੂਤ ਕਰੋਗੇ ਤਾਂ ਤੁਸੀਂ ਇਸ ਰਾਜ ਦੇ ਵਿੱਚ ਆਪ ਵੀ ਸੁਖੀ ਰਹੋਗੇ ਅਤੇ ਤੁਹਾਡੀ ਸੰਤਾਨ ਵੀ ਸੁਖੀ ਰਹੂਗੀ। ਪਰ ਬਾਬਾ ਜੀ ਨੂੰ ਇਹ ਪਤਾ ਸੀਗਾ ਕਿ ਜਿੰਨੇ ਵੀ ਜਿਹੜੇ ਇੱਥੇ ਆਦਮੀ ਆਏ ਆ ਇਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਬੜੀ ਜ਼ਿਆਦਾ ਪ੍ਰਬਲ ਹੈਗੀ ਆ, ਉਹ ਹੈ ਈਰਖਾਬਾਜੀ। ਕਿਉਂਕਿ ਇਹ ਜਿਹੜੇ ਸਰਦਾਰ ਸੀਗੇ ਜਦ ਤੱਕ ਸਰਦਾਰ ਮਹਾਂ ਸਿੰਘ ਸੀਗੇ ਉਹਦੇ ਪ੍ਰਭਾਵ ਕਰਕੇ ਚੁੱਪ ਰਹੇ ਆ, ਪਰ ਇਹ ਅੰਦਰੋਂ ਚਾਹੁੰਦੇ ਸੀਗੇ ਕਿ ਇਹਨਾਂ ਦਾ ਜਿਹੜਾ ਛੋਟਾ ਲੜਕਾ ਹੈ ਜੋ ਰਣਜੀਤ ਸਿੰਘ ਹੈ ਜਿਹਦੀ ਉਮਰ ਉਸ ਟਾਈਮ 11-12 ਸਾਲ ਦੀ ਹੈ, ਇਸ ਨੂੰ ਮਾਰ ਕੇ ਅਤੇ ਸਰਦਾਰ ਮਹਾਂ ਸਿੰਘ ਦੇ ਜਿੱਤੇ ਹੋਏ ਜਿਹੜੇ ਇਲਾਕੇ ਇਹਨਾਂ ਦੇ ਆ ਜੋ ਦੱਬੇ ਹੋਏ ਆ ਉਹ ਇਹਨਾਂ ਤੋਂ ਛਡਾ ਕੇ ਅਤੇ ਆਪੋ ਵਿੱਚ ਆਪਸੀ ਵੰਡ ਲੈਂਦੇ ਆ।
ਇਹ ਜਿਹੜੀ ਵਿਉਂਤਬੰਦੀ ਸੀ ਇਹਨਾਂ ਸਾਰਿਆਂ ਦੇ ਮਨ ਵਿੱਚ ਸੀਗੀ। ਪਰ ਬਾਬਾ ਜੀ ਦਾ ਉੱਥੇ ਆਉਣ ਦਾ ਜਿਹੜਾ ਪ੍ਰਭਾਵ ਦੇਖ ਕੇ ਤਾਂ ਇਹ ਜਿਹੜੇ ਸਾਰੇ ਸਰਦਾਰ ਸੀਗੇ ਇਹ ਉਹਨਾਂ ਟਾਈਮਾਂ ਵਿੱਚ ਕੁਝ ਬੋਲ ਨਹੀਂ ਸਕੇ, ਪਰ ਅੰਦਰੋਂ ਚਾਹੁੰਦੇ ਸੀਗੇ ਕਿ ਅਸੀਂ ਇਸ ਦਸਤਾਰਬੰਦੀ ਤੋਂ ਪਹਿਲਾਂ ਇਸ ਲੜਕੇ ਨੂੰ ਤੇ ਇਹ ਜਿਹੜੀ ਸਰਦਾਰਨੀ ਹੈਗੀ ਰਾਜ ਕੌਰ ਇਹਨੂੰ ਮਾਰ ਕੇ ਇਹ ਇਲਾਕਾ ਵੀ ਜਿਹੜਾ ਹੈਗਾ ਇਹ ਖੋ ਕੇ ਆਪਸ ਵਿੱਚ ਵੰਡ ਲਈਏ। ਪਰ ਬਾਬਾ ਜੀ ਨੇ ਇਹਨਾਂ ਦੇ ਜੋ ਅੰਤਰ ਦੇ ਜੋ ਮਨਾਂ ਦੇ ਵਿੱਚ ਇਹ ਸਾਰੀ ਕਸ਼ਿਸ਼ ਚੱਲਦੀ ਸੀਗੀ, ਇਹ ਸਾਰੀ ਗੱਲਬਾਤ ਜਿਹੜੀ ਸੀਗੀ ਉਹ ਉਸ ਦਸਤਾਰਬੰਦੀ ਦੇ ਵਿੱਚ ਸਾਰਿਆਂ ਨੂੰ ਖੁੱਲ੍ਹ ਕੇ ਸੁਣਾਤੀ ਸੀ। ਪਰ ਉਸ ਟਾਈਮ ਤਾਂ ਜਿਹੜੇ ਸਰਦਾਰ ਸੀਗੇ ਇਹ ਸਾਰੇ ਚੁੱਪ ਰਹੇ ਆ। ਪਰ ਬਾਬਾ ਜੀ ਨੇ ਆਪ ਫਿਰ ਇਹ ਜਿਹੜਾ ਲੜਕਾ 11-12 ਸਾਲ ਦੀ ਉਮਰ ਦਾ ਰਣਜੀਤ ਸਿੰਘ ਸੀਗਾ, ਇਹਦੀ ਜਦ ਦਸਤਾਰਬੰਦੀ ਆਪਣੇ ਹੱਥੀਂ ਕੀਤੀ ਆ, ਆਪਣੇ ਹੱਥੀਂ ਕਰਨ ਤੋਂ ਬਾਅਦ ਬਾਬਾ ਜੀ ਨੇ ਆਪਣੇ ਗਲੇ ਦਾ ਇੱਕ ਵੱਡੀ ਗਾਤਰੇ ਦੀ ਸਰੀ ਸਾਹਿਬ ਜਿਹੜੀ ਸੀਗੀ ਸਰਦਾਰ ਰਣਜੀਤ ਸਿੰਘ ਦੇ ਪਹਿਨਾਈ ਆ। ਪਹਿਨਾਉਣ ਤੋਂ ਬਾਅਦ ਫਿਰ ਬਾਬਾ ਜੀ ਨੇ ਇਹ ਗੱਲ ਕਹੀ ਸੀ ਕਿ ਜਦ ਬੱਚਾ ਵੱਡਾ ਹੋਏਗਾ ਇਹ 'ਤੇ ਅਕਾਲ ਪੁਰਖ ਦਾ ਪੂਰਾ ਹੱਥ ਹੋਏਗਾ, ਇਹ ਬੱਚਾ ਸਮਾਂ ਪਾ ਕੇ ਹੈ ਨਾ ਇਸ ਪੂਰੇ ਪੰਜਾਬ ਦੇ ਉੱਤੇ ਰਾਜ ਕਰੇਗਾ। ਅਤੇ ਬਾਬਾ ਜੀ ਨੇ ਫਿਰ ਉਸ ਟਾਈਮ ਇੱਕ ਸ਼ਬਦ ਜਿਹੜਾ ਸੀਗਾ ਇਹ ਉਸ ਸਾਰੇ ਦੀਵਾਨ ਦੇ ਵਿੱਚ ਪੜ੍ਹਿਆ ਸੀਗਾ ਕਿ ਖੱਗ ਖੰਡ ਬਰਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਬੰਡੰ ਭੁਜਦਾਨ ਖੰਡੰ ਤੇਜ ਪ੍ਰਚੰਡੰ ਜੋਤ ਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਗਤ ਦਰਨ ਕਿਲਬ ਖਰਨੰ ਅਸਰਨ ਸਰਨੰ ਜੈ ਜੈ ਜੱਕਾਨ ਸਸ਼ਟਵਾਨ ਮਮ ਪ੍ਰਤੀਪਾਨ ਜੈ ਤੇ ਗੰਗ। ਜਦ ਇਸ ਤਰ੍ਹਾਂ ਬਾਬਾ ਜੀ ਨੇ ਇਹ ਸ਼ਬਦ ਜਿਹੜਾ ਸੀਗਾ ਬੜੇ ਜੋਸ਼ ਵਿੱਚ ਪੜ੍ਹਿਆ ਅਤੇ ਉਸ ਟਾਈਮ 'ਤੇ ਜਿਹੜੇ ਸਰਦਾਰ ਸੀਗੇ ਚੁੱਪ ਰਹੇ ਆ। ਪਰ ਜਿਹੜਾ ਸੀਗਾ ਉਹਨਾਂ ਦੀ ਮਨ ਦੀ ਜਿਹੜੀ ਅੰਦਰ ਜੋ ਉਹਨਾਂ ਨੇ ਸਕੀਮਾਂ ਬਣਾਈਆਂ ਸੀ ਉਹ ਮਨ ਦੇ ਵਿੱਚ ਹੀ ਰਹਿ ਗਈਆਂ। ਤਾਂ ਉਹਨਾਂ ਨੇ ਮਨ ਵਿੱਚ ਇਹ ਸੋਚਿਆ ਕਿ ਜਦੋਂ ਬਾਬਾ ਜੀ ਇਸ ਇਲਾਕੇ ਵਿੱਚੋਂ ਚਲੇ ਜਾਣਗੇ ਤਾਂ ਉਹ ਆਪਣੇ ਮਨ ਦੀਆਂ ਜਿਹੜੀਆਂ ਬਲਬਲੇ ਹੈ ਬਾਬਾ ਜੀ ਦੇ ਜਾਣ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਪੂਰੇ ਕਰਨਗੇ। ਪਰ ਬਾਬਾ ਜੀ ਜਿਹੜੇ ਸੀ ਸਮਾਂ ਪਾ ਕੇ ਜਦ ਇਸ ਗੁਜਰਾਂਵਾਲ ਇਲਾਕੇ ਤੋਂ ਇੱਧਰ ਰਾਮਨਗਰ ਵੱਲ ਆ ਗਏ ਆ, ਜਦ ਰਾਮਨਗਰ ਵੱਲ ਆਏ ਆ ਅਤੇ ਇਹਨਾਂ ਦੇ ਜਿਹੜੇ ਸਰਦਾਰ ਸੀ ਉਸ ਇਲਾਕੇ ਦੇ ਉਹਨਾਂ ਨੇ ਫਿਰ ਜਿਹੜੀਆਂ ਗੰਢਾਂ ਟੋਪਾਂ ਸੀਗੀਆਂ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ। ਅਤੇ ਫਿਰ ਇਹਦੀ ਜਿਹੜੀ ਖਬਰ ਸੀਗੀ ਇਹ ਸਰਦਾਰਨੀ ਰਾਜ ਕੌਰ ਨੂੰ ਵੀ ਲੱਗ ਗਈ ਆ। ਅਤੇ ਰਾਜ ਕੌਰ ਜੀ ਨੇ ਫਿਰ ਉਸੇ ਟਾਈਮ ਜਿਹੜਾ ਗੁਜਰਾਂਵਾਲ ਦਾ ਇਲਾਕਾ ਸੀਗਾ ਉਹਨਾਂ ਟਾਈਮ ਵਿੱਚ ਛੱਡਣਾ ਜਿਹੜਾ ਸੀ ਚੰਗਾ ਸਮਝਿਆ ਅਤੇ ਸਰਦਾਰਨੀ ਰਾਜ ਕੌਰ ਜਿਹੜੀ ਸੀ ਇਹ ਵੀ ਬਾਬਾ ਜੀ ਦੇ ਪਿੱਛੇ ਫਿਰ ਰਾਮਨਗਰ ਪਹੁੰਚੀ ਆ। ਜਦ ਰਾਮਨਗਰ ਪਹੁੰਚੀ ਹੈ ਇਹ ਆਪਣਾ ਲੜਕਾ ਰਣਜੀਤ ਸਿੰਘ ਲੈ ਕੇ ਜਦ ਬਾਬਾ ਜੀ ਦੇ ਸ਼ਰਨ ਵਿੱਚ ਪਹੁੰਚੀ ਆ, ਬਾਬਾ ਜੀ ਨੇ ਇੰਨੀ ਛੇਤੀ ਇਹਨੂੰ ਜਦ ਆਉਣ ਦਾ ਕਾਰਨ ਪੁੱਛਿਆ ਅਤੇ ਇਹਨੇ ਬਾਬਾ ਜੀ ਨੂੰ ਦੱਸ ਦਿੱਤਾ ਕਿ ਇਸ ਇਲਾਕੇ ਦੇ ਜਿਹੜੇ ਸਰਦਾਰ ਆ ਜੋ ਹੋਰ ਜਿੰਨੇ ਵੀ ਬੰਦੇ ਆ ਉਹ ਅੰਦਰੋਂ ਖਾਰ ਖਾਂਦੇ ਆ, ਤਾਂ ਕਿਸੇ ਵੀ ਟਾਈਮ ਸਾਡੇ 'ਤੇ ਹਮਲਾ ਕਰਕੇ ਤਾਂ ਮੇਰਾ ਜਿਹੜਾ ਲੜਕਾ ਹੈਗਾ ਰਣਜੀਤ ਸਿੰਘ ਇਹਨੂੰ ਮਾਰ ਸਕਦੇ ਆ। ਪਰ ਬਾਬਾ ਜੀ ਨੂੰ ਉਹਨੂੰ ਹੌਸਲਾ ਦਿੱਤਾ ਹੈਗਾ ਕਿ ਭਾਈ ਜਿਹਦੇ ਉੱਤੇ ਕਲਗੀਧਰ ਮਹਾਰਾਜ ਦਾ ਹੱਥ ਹੋਵੇ ਉਸ ਨੂੰ ਫਿਰ ਦੂਸਰਾ ਕੋਈ ਮਾਰ ਨਹੀਂ ਸਕਦਾ। ਪਰ ਉਸ ਟਾਈਮ ਸਰਦਾਰਨੀ ਰਾਜ ਕੌਰ ਜੀ ਨੇ ਕਿਹਾ ਸੀਗਾ ਕਿ ਜਦ ਤੱਕ ਖਤਰਾ ਹੈਗਾ ਤਦ ਤੱਕ ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦੀ ਹਾਂ। ਅਤੇ ਬਾਬਾ ਜੀ ਨੇ ਬੜੀ ਖੁਸ਼ੀ ਦੇ ਨਾਲ ਫਿਰ ਸਰਦਾਰਨੀ ਰਾਜ ਕੌਰ ਜੀ ਨੂੰ ਜਿਹੜਾ ਸੀਗਾ ਉਹ ਆਪਣੇ ਪਾਸ ਰਹਿਣ ਦੀ ਆਗਿਆ ਦੇ ਦਿੱਤੀ। ਅਤੇ ਰਾਜ ਕੌਰ ਜੀ ਦਾ ਲੜਕਾ ਜਿਹੜੇ ਰਣਜੀਤ ਸਿੰਘ ਸੀਗੇ ਇਹ ਉਹਨਾਂ ਟਾਈਮਾਂ ਦੇ ਵਿੱਚ ਸ਼ਿਕਾਰ ਦਾ ਵੀ ਬੜਾ ਸ਼ੌਂਕ ਰੱਖਦੇ ਹੁੰਦੇ ਸੀ। ਅਤੇ ਬਾਬਾ ਜੀ ਨੇ ਕੁਛ ਜਿਹੜੇ ਸਿੰਘ ਸੀਗੇ ਇਹ ਸਰਦਾਰ ਰਣਜੀਤ ਸਿੰਘ ਜਦੋਂ ਵੀ ਸ਼ਿਕਾਰ ਨਾਲ ਜਾਂਦੇ ਸੀ ਇਹਦੀ ਰੱਖਿਆ ਵਾਸਤੇ ਨਾਲ ਭੇਜਦੇ ਸੀਗੇ। ਤਾਂ ਕੁਛ ਜਿਹੜੇ ਸਿੰਘ ਸੀਗੇ ਬਾਬਾ ਜੀ ਨੇ ਫਿਰ ਗੁਜਰਾਂਵਾਲ ਇਲਾਕੇ ਦੇ ਵਿੱਚ ਜਿੱਥੇ ਸਰਦਾਰ ਜਿਹੜੇ ਸੀ ਗੰਧ ਟੁੱਪ ਕਰਕੇ ਇਸ ਇਲਾਕੇ ਨੂੰ ਆਪਣੇ ਵਿੱਚ ਹਥਿਆਉਣਾ ਚਾਹੁੰਦੇ ਸੀਗੇ ਉਹ ਇਸ ਇਲਾਕੇ ਦੀ ਰਾਖੀ ਵਾਸਤੇ ਫਿਰ ਗੁਜਰਾਂਵਾਲ ਭੇਜੇ। ਜਦ ਇਹ ਸਿੰਘ ਗੁਜਰਾਂਵਾਲ ਪਹੁੰਚੇ ਆ ਅਤੇ ਬਾਬਾ ਜੀ ਦੇ ਸਿੰਘਾਂ ਦਾ ਜਿਹੜਾ ਆਉਣਾ ਦੇਖ ਕੇ ਗੁਜਰਾਂਵਾਲ ਜਿਹੜੇ ਇਲਾਕੇ ਦੇ ਸਰਦਾਰ ਸੀ ਉਹ ਵੀ ਚੁੱਪ ਕਰ ਗਏ ਕਿਉਂਕਿ ਉਹਨਾਂ ਨੂੰ ਬਾਬਾ ਜੀ ਦੀ ਤਾਕਤ ਦਾ ਬੜਾ ਭੈ ਸੀਗਾ। ਪਰ ਉਹਨਾਂ ਨੇ ਮਨ ਦੇ ਵਿੱਚ ਸਕੀਮ ਬਣਾਈ ਵੀ ਸਰਦਾਰਨੀ ਜਿਹੜੀ ਰਾਜ ਕੌਰ ਹੈਗੀ ਆ ਇਹ ਬਾਬਾ ਜੀ ਦੇ ਪਾਸ ਜਿਹੜੇ ਹੈ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਜੀ ਦੇ ਕੋਲ ਰਾਮਨਗਰ ਇਲਾਕੇ ਦੇ ਵਿੱਚ ਪਹੁੰਚ ਗਏ ਆ। ਸੋ ਇਹਨਾਂ ਸਾਰਿਆਂ ਨੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਰਣਜੀਤ ਸਿੰਘ ਨੂੰ ਮਾਰਨ ਵਾਸਤੇ ਬੜੀਆਂ ਸਾਜ਼ਿਸ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਇਹਨਾਂ ਸਾਜ਼ਿਸ਼ਾਂ ਵਿੱਚ ਉਹਨਾਂ ਨੇ ਇੱਕ ਹਸਮਤ ਖਾਨ ਜਿਹੜਾ ਚੱਡਾ ਸੀਗਾ ਇਹ ਆਦਮੀ ਜਿਹੜਾ ਸੀਗਾ ਰਣਜੀਤ ਸਿੰਘ ਨੂੰ ਮਾਰਨ ਵਾਸਤੇ ਇਹ ਚੇਚੇ ਤੌਰ 'ਤੇ ਕੁਝ ਸਾਥੀ ਦੇ ਕੇ ਇਸ ਇਲਾਕੇ ਵਿੱਚ ਭੇਜਿਆ। ਜਦ ਭੇਜਿਆ ਅਤੇ ਇਸ ਹਸਮਤ ਖਾਨ ਚੱਡਾ ਇਹਨੇ ਦੇਖਿਆ ਕਿ ਰਣਜੀਤ ਸਿੰਘ ਇਸ ਇਲਾਕੇ ਦੇ ਵਿੱਚ ਇੰਨੇ ਟਾਈਮ ਸ਼ਿਕਾਰ ਖੇਡਣ ਆਉਂਦਾ ਹੈਗਾ। ਸੋ ਇਹ ਜਿਹੜਾ ਸੀ ਚੱਡਾ ਇਹ ਆਪਣੇ ਆਦਮੀ ਲੈ ਕੇ ਜਦ ਜੰਗਲ ਦੇ ਵਿੱਚ ਪਹੁੰਚਿਆ ਅਤੇ ਇਹਨੇ ਜਦ ਦੇਖਿਆ ਫਿਰ ਰਣਜੀਤ ਸਿੰਘ ਜਿਹੜੇ ਸੀਗੇ ਕੁਛ ਆਪਣੇ ਸਾਥੀਆਂ ਦੇ ਨਾਲ ਇਹਦੇ ਸਾਹਮਣੇ ਜਦ ਸ਼ਿਕਾਰ ਖੇਡਦੇ ਆਏ ਆ ਅਤੇ ਇਸ ਹਸਮਤ ਖਾਨ ਨੇ ਨਾ ਅਤੇ ਫਿਰ ਰਣਜੀਤ ਸਿੰਘ 'ਤੇ ਗੋਲੀ ਚਲਾਈ। ਜਦ ਰਣਜੀਤ ਸਿੰਘ 'ਤੇ ਗੋਲੀ ਚਲਾਈ ਆ ਕੁਦਰਤੀ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਟਾਈਮ ਵਿੱਚ ਘੋੜੀ 'ਤੇ ਬੈਠੇ ਸੀਗੇ ਪਰ ਗੋਲੀ ਪਹੁੰਚਦੇ ਰਣਜੀਤ ਸਿੰਘ ਦੀ ਘੋੜੀ ਜਿਹੜੀ ਸੀਗੀ ਥੋੜ੍ਹੀ ਅੱਗੇ ਚਲੇ ਗਈ ਅਤੇ ਇਹ ਗੋਲੀ ਜਿਹੜੀ ਸੀਗੀ ਰਣਜੀਤ ਸਿੰਘ ਦੀ ਜਗ੍ਹਾ ਰਣਜੀਤ ਸਿੰਘ ਦੀ ਘੋੜੀ ਨੂੰ ਲੱਗੀ ਆ ਅਤੇ ਘੋੜੀ ਫਿਰ ਉਸੇ ਟਾਈਮ ਦਮ ਤੋੜ ਗਈ। ਜਦ ਘੋੜੀ ਜਿਹੜੀ ਸੀ ਉਹ ਦਮ ਟੁੱਟ ਕੇ ਯਕਦਮ ਥੱਲੇ ਡਿੱਗੀ ਹੈ ਅਤੇ ਗੋਲੀ ਦਾ ਖੜਕਾ ਸੁਣ ਕੇ ਫਿਰ ਨਾਲ ਦੇ ਜਿਹੜੇ ਹੋਰ ਸਾਥੀ ਜਿਹੜੇ ਬਾਬਾ ਜੀ ਨੇ ਰਣਜੀਤ ਸਿੰਘ ਦੀ ਰਾਖੀ ਵਾਸਤੇ ਨਾਲ ਭੇਜੇ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਇਸ ਹਮਲੇ ਦਾ। ਉਹਨਾਂ ਨੇ ਉਸੇ ਟਾਈਮ ਹੀ ਜਿਹੜਾ ਸੀਗਾ ਹਸਮਤ ਖਾਨ ਜਿਹੜਾ ਸੀਗਾ
ਜਿਹਨੇ ਗੋਲੀ ਚਲਾਈ ਸੀਗੀ ਉਹਦੇ ਉੱਤੇ ਯਕਦਮ ਸਿੰਘਾਂ ਨੇ ਜਿਹੜੀ ਸੀ ਲਲਕਾਰ ਕੇ ਉਹਦੇ 'ਤੇ ਯਕਦਮ ਹੱਲਾ ਦੇ ਕੇ ਚੜ੍ਹਾਈ ਕੀਤੀ ਆ। ਇਸ ਚੜ੍ਹਾਈ ਦੇ ਵਿੱਚ ਫਿਰ ਹਸਮਤ ਖਾਨ ਤੇ ਇਹਦੇ ਨਾਲ ਦੇ ਸਾਥੀ ਜਿਹੜੇ ਸਿੰਘਾਂ ਨੇ ਉਹਨਾਂ ਟਾਈਮਾਂ ਵਿੱਚ ਪਾਰ ਬੁਲਾਏ ਆ। ਜਦ ਪਾਰ ਬੁਲਾਏ ਆ ਤੇ ਫਿਰ ਰਣਜੀਤ ਸਿੰਘ ਜਿਹੜੇ ਸਹੀ ਸਲਾਮਤ ਸੀ ਜਦ ਬਾਬਾ ਜੀ ਦੇ ਪਾਸ ਪਹੁੰਚੇ ਆ ਤੇ ਫਿਰ ਸਰਦਾਰਨੀ ਇਹਨਾਂ ਦੀ ਜਿਹੜੀ ਮਾਤਾ ਸੀਗੀ ਸਦਾ ਕੌਰ, ਉਹਨੇ ਫਿਰ ਜਿਹੜੇ ਰਣਜੀਤ ਸਿੰਘ ਤੇ ਹੋਏ ਹਮਲੇ ਦੀ ਖਬਰ ਜਦ ਬਾਬਾ ਜੀ ਨੇ ਵੀ ਦੱਸੀ ਆ ਤੇ ਬਾਬਾ ਜੀ ਨੇ ਇਹ ਆਖਿਆ ਕਿ ਭਾਈ ਅਸੀਂ ਤਾਂ ਤੁਹਾਨੂੰ ਆਖਿਆ ਸੀਗਾ ਕਿ ਜਿਹਦੀ ਰਾਖੀ ਵਾਹਿਗੁਰੂ ਜੀ ਆਪ ਕਰਦੇ ਆ ਤੇ ਉਹਨੂੰ ਫਿਰ ਕੌਣ ਮਾਰ ਸਕਦਾ ਹੈ। ਤੇ ਬਾਬਾ ਜੀ ਨੇ ਇਹ ਸ਼ਬਦ ਦੀ ਫਿਰ ਜਿਹੜੀ ਵਿਆਖਿਆ ਸੀਗੀ ਇਹ ਉਸ ਟਾਈਮ ਫਿਰ ਰਾਜ ਕੌਰ ਜੀ ਨੂੰ ਇਹ ਕਰਕੇ ਸੁਣਾਈ ਸੀ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ ਤਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸੋ ਉਹਨਾਂ ਟਾਈਮਾਂ ਦੇ ਵਿੱਚ ਫਿਰ ਜਿਹੜੇ ਸੀਗੇ ਸਰਦਾਰ ਸੀਗੇ ਉਹਨਾਂ ਨੇ ਦੇਖਿਆ ਹੈਗਾ ਕਿ ਜਿਹੜਾ ਹਸਮਤ ਖਾਨ ਤੇ ਇਹਦੇ ਸਾਥੀ ਜਿਹੜੇ ਸੀਗੇ ਇਹ ਰਣਜੀਤ ਸਿੰਘ ਦੇ ਸਾਥੀਆਂ ਦੇ ਕੋਲੋਂ ਮਾਰੇ ਗਏ ਆ। ਇਹਨਾਂ ਨੇ ਫਿਰ ਆਪਣਾ ਜਿਹੜਾ ਸੀਗਾ ਸਮਾਂ ਜਾਣ ਕੇ ਇਕੱਠੇ ਹੋ ਕੇ ਇੱਕ ਜੰਗ ਦੀ ਸ਼ਕਲ ਦੇ ਵਿੱਚ ਇਸ ਇਲਾਕਾ ਜਿਹੜਾ ਰਾਮਨਗਰ ਸੀਗਾ ਇੱਥੇ ਪਹੁੰਚੇ ਆ। ਇਹਨਾਂ ਨੇ ਪਹੁੰਚ ਕੇ ਬਾਹਰ ਜਾ ਕੇ ਆਪਣੇ ਜਦ ਡੇਰੇ ਲਾਏ ਆ ਤੇ ਇਹਨਾਂ ਦੀ ਖਬਰ ਜਿਹੜੀ ਸੀ ਸਰਦਾਰਨੀ ਨੂੰ ਵੀ ਲੱਗ ਗਈ ਤੇ ਸਰਦਾਰਨੀ ਰਾਜ ਕੌਰ ਜਿਹੜੀ ਸੀ ਮਨ 'ਚ ਘਬਰਾ ਗਈ। ਉਹਨੇ ਬਾਬਾ ਜੀ ਨੂੰ ਦੱਸ ਦਿੱਤਾ ਕਿ ਜਿਹੜੇ ਇਲਾਕੇ ਦੇ ਜਿੰਨੇ ਵੀ ਸਰਦਾਰ ਹੈਗੇ ਉਹ ਇਕੱਠੇ ਹੋ ਕੇ ਹਮਲਾ ਕਰਨ ਵਾਸਤੇ ਆਪ ਜੀ ਦੇ ਡੇਰੇ ਦੇ ਵਿੱਚ ਵੀ ਅੰਦਰ ਦਾਖਲ ਹੋ ਗਏ ਇਸ ਇਲਾਕੇ ਵਿੱਚ। ਪਰ ਬਾਬਾ ਜੀ ਨੇ ਫਿਰ ਸਦਾ ਕੌਰ ਨੂੰ ਆਖਿਆ ਸੀਗਾ ਕਿ ਤੁਸੀਂ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ, ਜੋ ਵੀ ਸਾਡੇ ਉੱਤੇ ਚੜ੍ਹ ਕੇ ਆਵੇਗਾ ਜੋ ਅੜੇਗਾ ਸੋ ਚੜ੍ਹੇਗਾ ਤੇ ਉਹ ਜਿਹੜਾ ਹੈਗਾ ਉਹ ਸਾਡੇ ਤੱਕ ਨਹੀਂ ਪਹੁੰਚ ਸਕਦਾ। ਪਰ ਜਦ ਸਰਦਾਰਾਂ ਨੇ ਦੇਖਿਆ ਕਿ ਬਾਬਾ ਜੀ ਦੀ ਸੈਨਾ ਦਾ ਜਿਹੜਾ ਮੁਕਾਬਲਾ ਹੈਗਾ ਅਸੀਂ ਬਿਲਕੁਲ ਨਹੀਂ ਕਰ ਸਕਦੇ, ਇਹ ਫਿਰ ਇਕੱਠੇ ਹੋ ਕੇ ਇਹਨਾਂ ਨੇ ਆਪਣੀ ਵਿਉਂਤ ਬਣਾਈ ਕਿ ਅਸੀਂ ਬਾਬਾ ਜੀ ਦੇ ਪਾਸ ਇਕੱਠੇ ਹੋ ਕੇ ਚੱਲਾਂਗੇ। ਉੱਥੇ ਅਸੀਂ ਜਦ ਬਾਬਾ ਜੀ ਦੇ ਪਾਸ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਰਣਜੀਤ ਸਿੰਘ ਜਿਹੜਾ ਸੀਗਾ ਇਹਨੂੰ ਉਸੇ ਹੀ ਜਗ੍ਹਾ ਬਾਬਾ ਜੀ ਦੇ ਸਾਹਮਣੇ ਜਿਹੜੇ ਸੀਗਾ ਉਹ ਗੋਲੀਆਂ ਦੇ ਨਾਲ ਭੁੰਨ ਦਿਆਂਗੇ ਤੇ ਇਹ ਇਲਾਕਾ ਖੋਲ੍ਹ ਲਵਾਂਗੇ। ਇਹ ਸਾਰੀ ਜਿਹੜੀ ਸਕੀਮ ਸੀ ਇਹਨਾਂ ਸਰਦਾਰਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਬਣਾਈ। ਇਹ ਬਣਾ ਕੇ ਸਰਦਾਰ ਸਾਰੇ ਇਕੱਠੇ ਹੋ ਕੇ ਫਿਰ ਬਾਬਾ ਜੀ ਦੇ ਕੋਲ ਵੈਸੇ ਜਿਹੜੇ ਸੀਗੇ ਉਹ ਨਿਮਰਤਾ ਭਾਵ ਦਾ ਡਰਾਮਾ ਲੈ ਕੇ ਜਦ ਪਹੁੰਚੇ ਆ ਤੇ ਬਾਬਾ ਜੀ ਨੇ ਇਹਨਾਂ ਨੂੰ ਤਾੜ ਲਿਆ। ਜਦ ਤਾੜ ਲਿਆ ਤੇ ਇਹ ਸਾਰੇ ਜਿਹੜੇ ਸੀ ਬਾਬਾ ਜੀ ਨੂੰ ਫਤਿਹ ਬੁਲਾ ਕੇ ਜਦ ਬਾਬਾ ਜੀ ਦੇ ਅੱਗੇ ਬੈਠੇ ਆ ਤੇ ਉਸ ਟਾਈਮ ਜਿਹੜੀ ਸਰਦਾਰਨੀ ਸਦਾ ਕੌਰ ਸੀਗੀ ਇਹਨੂੰ ਸਾਰੀ ਚਾਲ ਦਾ ਜਿਹੜਾ ਸੀਗਾ ਇਹ ਵੀ ਪਤਾ ਲੱਗ ਗਿਆ। ਇਹਨੇ ਆਪਣੇ ਬੱਚਾ ਰਣਜੀਤ ਸਿੰਘ ਉਹਦੀ ਬਾਂਹ ਜਿਹੜੀ ਸੀ ਬਾਬਾ ਜੀ ਦੇ ਹੱਥ ਦੇ ਵਿੱਚ ਫੜਾ ਦਿੱਤੀ ਤੇ ਬਾਬਾ ਜੀ ਨੂੰ ਆਖਿਆ ਕਿ ਇਹ ਬੱਚਾ ਹੁਣ ਆਪ ਦੇ ਨਾਲ ਹੈ, ਤੁਸੀਂ ਹੀ ਇਹਦੀ ਰੱਖਿਆ ਕਰ ਸਕਦੇ ਆ। ਪਰ ਬਾਬਾ ਜੀ ਨੇ ਆਖਿਆ ਸੀਗਾ ਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਫਿਕਰ ਚਿੰਤਾ ਨਹੀਂ ਕਰਨੀ ਹੈਗੀ ਆ, ਕਿਉਂਕਿ ਇਹਦਾ ਕੋਈ ਵੀ ਬਾਲ ਵਿੰਗਾ ਨਹੀਂ ਕਰ ਸਕਦਾ। ਪਰ ਜਦੋਂ ਸਰਦਾਰਨੀ ਰਾਜ ਕੌਰ ਜੀ ਨੇ ਜਦੋਂ ਹੱਥ ਜਿਹੜਾ ਸੀਗਾ ਨਾ ਸਰਦਾਰਾਂ ਦੇ ਸਾਹਮਣੇ ਬਾਬਾ ਜੀ ਰਣਜੀਤ ਸਿੰਘ ਦਾ ਬਾਬਾ ਜੀ ਦੇ ਹੱਥਾਂ ਦੇ ਵਿੱਚ ਫੜਾਇਆ, ਇਹ ਸਰਦਾਰ ਜਿਹਨੇ ਵੀ ਜਿਹੜੇ ਵਿਉਂਤਾਂ ਲੈ ਕੇ ਆਏ ਸੀ ਵੀ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਉਹਨਾਂ ਦੀ ਉਹਨਾਂ ਨੇ ਜੋ ਸਕੀਮ ਬਣਾਈ ਸੀ ਉਹਦੇ ਉੱਤੇ ਉਹ ਰਣਜੀਤ ਸਿੰਘ ਦਾ ਕੋਈ ਵੀ ਨੁਕਸਾਨ ਕਰ ਸਕਦੇ। ਪਹਿਲਾਂ ਤਾਂ ਫਿਰ ਬਾਬਾ ਜੀ ਨੇ ਫਿਰ ਇਹ ਸਾਰੇ ਜਿਹੜੇ ਸਰਦਾਰ ਸੀ ਇਹਨਾਂ ਨੂੰ ਬੜੀ ਨਿਮਰਤਾ ਦੇ ਨਾਲ ਸਮਝਾਇਆ ਵੀ ਜੇ ਤੁਸੀਂ ਇਕੱਠੇ ਹੋ ਕੇ ਰਣਜੀਤ ਸਿੰਘ ਦੇ ਥੱਲੇ ਆਪਣੇ ਰਾਜ ਭਾਗ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਆ ਤੇ ਤੁਹਾਡੀ ਤੇ ਤੁਹਾਡੀ ਸੰਤਾਨ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਪਰ ਅਗਰ ਤੁਸੀਂ ਇਹਦਾ ਵਿਰੋਧ ਕਰੋਗੇ ਤਾਂ ਫਿਰ ਭਾਈ ਇਸ ਵਿਰੋਧ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ। ਪਰ ਜਦੋਂ ਬਾਬਾ ਜੀ ਦੇ ਨਿਮਰਤਾ ਭਰੇ ਬਚਨਾਂ ਨੂੰ ਸਰਦਾਰਾਂ ਨੇ ਜਿਹੜਾ ਸੀਗਾ ਅਣਗੌਲੀਆਂ ਕਰ ਦਿੱਤਾ, ਫਿਰ ਉਹਨਾਂ ਟਾਈਮਾਂ ਦੇ ਵਿੱਚ ਫਿਰ ਬਾਬਾ ਜੀ ਜਿਹੜੇ ਸੀਗੇ ਫਿਰ ਆਪਣੇ ਰੋਹ ਦੇ ਵਿੱਚ ਆ ਗਏ। ਜਦ ਬਾਬਾ ਜੀ ਰੋਹ ਵਿੱਚ ਆਏ ਤੇ ਬਾਬਾ ਜੀ ਨੇ ਰੋਹ ਦੇ ਵਿੱਚ ਆ ਕੇ ਫਿਰ ਆਪਣੇ ਜਿਹੜਾ ਗਲ ਦਾ ਕੈਂਠਾ ਸੋਨੇ ਦਾ ਸੀਗਾ ਉਹ ਲਾ ਕੇ ਰਣਜੀਤ ਸਿੰਘ ਜੀ ਦੇ ਜਦ ਪਾ ਕੇ ਫਿਰ ਬਾਬਾ ਜੀ ਨੇ ਇਹ ਜਿਹੜੇ ਸੀ ਉਸ ਟਾਈਮ ਵਰਦਾਨ ਦਿੱਤੇ। ਕਹਿੰਦੇ ਭਾਈ ਅੱਜ ਤੋਂ ਬਾਅਦ ਰਣਜੀਤ ਸਿੰਘ ਦੇ ਅੱਗੇ ਜੋ ਕੋਈ ਅੜੇਗਾ ਉਹ ਝੜੇਗਾ, ਜੋ ਸ਼ਰਨ ਆਏਗਾ ਉਹ ਤਰੇਗਾ। ਤੇ ਬਾਬਾ ਜੀ ਨੇ ਫਿਰ ਅਗਲੇ ਬਚਨ ਕੀਤੇ ਸੀਗੇ ਇਸ ਰਾਜ ਦੇ ਜਿੰਨੇ ਵੀ ਰਾਜੇ ਆ, ਜੋ ਵੀ ਪਹਿਲਕਾਰ ਵਾ, ਜਗੀਰਦਾਰ ਵਾ, ਜਿੰਨੇ ਵੀ ਜਿਹੜੇ ਹੈ ਧਰਮ ਦੇ ਕੋਈ ਵੀ ਜਿਹੜੇ ਆਦਮੀ ਹੈ ਇਸ ਰਣਜੀਤ ਸਿੰਘ ਨੂੰ ਸਲਾਮੀ ਦੇਣਗੇ ਤੇ ਇਹ ਰਣਜੀਤ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਵੱਡਾ ਬਾਦਸ਼ਾਹ ਕਹਿਲਾਏਗਾ। ਜਦ ਬਾਬਾ ਜੀ ਨੇ ਇਹ ਜਿਹੜੇ ਬਚਨ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਵਰਦਾਨ ਦੇ ਰੂਪ ਦੇ ਵਿੱਚ ਇਹਨਾਂ ਸਰਦਾਰਾਂ ਦੇ ਸਾਹਮਣੇ ਜਿਹੜੇ ਸੀ ਉਹ ਸਰਦਾਰ ਰਣਜੀਤ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਟਾਈਮਾਂ ਦੇ ਵਿੱਚ ਤਕਰੀਬਨ 11-12 ਸਾਲ ਦੀ ਸੀ ਜਦ ਦਿੱਤੇ ਆ ਤੇ ਇਹ ਸਰਦਾਰ ਜਿਹੜੇ ਫਿਰ ਨਿੰਮੋ ਚੋਣ ਹੋ ਕੇ ਉੱਥੋਂ ਫਿਰ ਚਲੇ ਗਏ ਸੀਗੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਬਾਬਾ ਜੀ ਨੇ ਜੋ ਵੀ ਜਿਹੜੇ ਬਚਨ ਕੀਤੇ ਸੀ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਸਰਦਾਰਾਂ ਦੇ ਅੱਗੇ ਕਿ ਭਾਈ ਤੁਸੀਂ ਅੰਮ੍ਰਿਤ ਦਾ ਨੂੰ ਛੱਡ ਕੇ ਤੁਸੀਂ ਅੱਕ ਖਾਣਾ ਚਾਹੁੰਦੇ ਹੋ, ਜਿਹੜਾ ਅੱਕ ਖਾਊਗਾ ਉਹ ਫਿਰ ਪੀੜ ਦੇ ਨਾਲ ਦੁਖੀ ਹੋਏਗਾ। ਅਗਰ ਤੁਸੀਂ ਰਣਜੀਤ ਸਿੰਘ ਦੇ ਨਾਲ ਸੁਰ ਨਾਲ ਸੁਰ ਮਿਲਾ ਕੇ ਚੱਲੋਗੇ ਤੇ ਤੁਹਾਡੀ ਫਿਰ ਚੜ੍ਹਦੀ ਕਲਾ ਹੋਊਗੀ। ਇਸ ਚੜ੍ਹਦੀ ਕਲਾ ਵਿੱਚ ਤੁਸੀਂ ਤੇ ਤੁਹਾਡੀਆਂ ਸੰਤਾਨਾਂ ਹਮੇਸ਼ਾ ਸੁਖੀ ਰਹਿਣਗੀਆਂ। ਸੋ ਇਹ ਜਿਹੜੇ ਬਾਬਾ ਜੀ ਦਾ ਜਿਹੜਾ ਸੀਗੇ ਇਹ ਸਰਦਾਰ ਰਣਜੀਤ ਸਿੰਘ ਜਿਨ੍ਹਾਂ ਦੀ ਮਾਤਾ ਰਾਜ ਕੌਰ ਸੀਗੀ ਉਹਨਾਂ ਟਾਈਮਾਂ ਵਿੱਚ ਬਾਬਾ ਜੀ ਨੇ ਇਹਨਾਂ ਦੀ ਜਿਹੜੀ ਬਾਂਹ ਫੜੀ ਆ
ਤੇ ਇਹਨਾਂ ਨੂੰ ਜੋ ਵਰਦਾਨ ਦਿੱਤੇ ਆ ਉਹਨਾਂ ਵਰਦਾਨਾਂ ਦਾ ਸਦਕਾ ਹੀ ਸਮਾਂ ਪਾ ਕੇ ਫਿਰ ਜਿਹੜੇ ਰਣਜੀਤ ਸਿੰਘ ਸੀਗੇ ਇਸ ਇਲਾਕੇ ਦੇ ਵਿੱਚ ਪੂਰੇ ਫਿਰ ਰਾਜਿਆਂ ਵਿੱਚੋਂ ਫਿਰ ਮਹਾਰਾਜ ਬਣੇ ਆ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।